अपनी जीत करो। चाहे जाति एकता अनेकता बुलाए जाति, होवती कुचीलता किताबन कुरान की। पाप ही परपक जाते धर्मत सक जाते, वर्ण गरक जाते सहत विधान की। देवी देव देहो रे संतोख सिंह दूर होते, रीत मेट जाती कथा कथा वेदन पुराण की। श्री गुरु गोबिंद सिंह पावन परम सूर, मूरत न होती जो पै करुणा निधान की। श्री गुरु गोबिंद सिंह पावन परम सूर, मूरत न होती जो पै करुणा निधान की। आगे जिम साहिब मन भावै, तथा बरतवे मह सब आवै। इम सुन कर साहिब सबदाना, श्री मुख ते तब हुक्म बखाना। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत, ਸੋਹਣੇ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਨੇ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਦੀ ਕਥਾ ਜੋ ਲੜੀ ਦੇ ਅੰਦਰ ਆਪਾਂ ਹਰ ਰੋਜ਼ ਸਰਵਣ ਕਰ ਰਹੇ ਹਾਂ। ਮਹਾਰਾਜ ਸਾਹਿਬ ਜੀ ਪਾਉਂਟਾ ਸਾਹਿਬ ਦੀ ਧਰਤੀ ਤੇ ਬਿਰਾਜੇ ਹੋਏ। ਸ਼੍ਰੀਨਗਰ ਦਾ ਰਾਜਾ ਫਤਿਹ ਸ਼ਾਹ ਫੌਜ ਲੈ ਕੇ ਮਹਾਰਾਜ ਦੇ ਬਿਲਕੁਲ ਨਜ਼ਦੀਕ ਆ ਗਿਆ। ਹਮਲੇ ਦੀ ਤਿਆਰੀ ਹੈ। ਇੱਧਰ ਸਤਿਗੁਰੂ ਜੀ ਮਹੰਤ ਕਿਰਪਾਲ ਦਾਸ ਦੇ ਨਾਲ ਬਚਨ ਬਿਲਾਸ ਕਰਦੇ ਪਏ। ਅਜੇ ਬਚਨ ਬਿਲਾਸ ਕਰਦੇ ਹੀ ਪਏ ਨੇ, ਇੰਨੇ ਚਿਰ ਨੂੰ ਦੋ ਸਿੱਖ ਦੌੜ ਕੇ ਮਹਾਰਾਜ ਦੇ ਕੋਲ ਆਏ। ਬੇਨਤੀ ਕੀਤੀ, ਮਹਾਰਾਜ ਫਤਿਹ ਸ਼ਾਹ ਨੇ ਹਮਲਾ ਕਰ ਦਿੱਤਾ ਹੈ। ਇਹ ਬਚਨ ਇਤਿਹਾਸ ਆਪਾਂ ਪਿੱਛੇ ਸਰਵਣ ਕੀਤਾ ਹੈ। ਮਹਾਰਾਜ ਕੀ ਬਖਸ਼ਿਸ਼ ਕਰਦੇ ਉਹ ਅੱਜ ਆਪਾਂ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਗੇ ਜਿਮ ਸਾਹਿਬ ਮਨ ਭਾਵੈ। ਇਹਨਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਫਤਿਹ ਸ਼ਾਹ ਰਾਜਾ ਫੌਜ ਲੈ ਕੇ ਜੰਗ ਦੇ ਮੈਦਾਨ ਵਿੱਚ ਪਹੁੰਚ ਚੁੱਕਿਆ ਹੈ। ਅਸੀਂ ਆਪ ਜੀ ਨੂੰ ਬੇਨਤੀ ਕਰ ਦਿੱਤੀ ਹੈ, ਹੁਣ ਜਿਵੇਂ ਮਹਾਰਾਜ ਤੁਹਾਨੂੰ ਚੰਗਾ ਲੱਗੇ ਉਹ ਕਿਰਪਾ ਕਰਕੇ ਦੱਸੋ ਅੱਗੇ ਕੀ ਕਰਨਾ ਹੈ। ਤਥਾ ਵਰਤਵੇ ਮੈਂ ਸਭ ਆਵੈ। ਸਤਿਗੁਰੂ ਪਾਤਸ਼ਾਹ ਜਿਵੇਂ ਆਪ ਜੀ ਹੁਕਮ ਕਰੋਗੇ, ਤੇ ਸਾਰੇ ਸਿੱਖ ਸਾਰੀ ਫੌਜ ਤੁਹਾਡੇ ਹੁਕਮ ਵਿੱਚ ਹੀ ਹੈ। ਜਿਵੇਂ ਆਪ ਜੀ ਕਹੋਗੇ ਸਾਰੇ ਜਾਣੇ ਫਿਰ ਉਸੇ ਤਰ੍ਹਾਂ ਕਰਨਗੇ। ਇਮ ਸੁਣ ਕਰ ਸਾਹਿਬ ਸਾਵਧਾਨਾ। ਜਦੋਂ ਮਹਾਰਾਜ ਨੇ ਸੁਣੇ ਨਾ ਬਚਨ ਇਹਨਾਂ ਦੋ ਸਿੱਖਾਂ ਦੇ ਕੋਲੋਂ ਵੀ ਫਤਿਹ ਸ਼ਾਹ ਰਾਜਾ ਆ ਗਿਆ ਮੈਦਾਨ ਦੇ ਵਿੱਚ ਵੱਡੀ ਫੌਜ ਲੈ ਕੇ, ਧੰਨ ਕਲਗੀਧਰ ਮਹਾਰਾਜ ਉਸ ਵੇਲੇ ਫਿਰ ਸਾਵਧਾਨ ਹੋਏ ਤੇ ਪਾਤਸ਼ਾਹ ਜੀਆਂ ਨੇ ਫਿਰ ਸ਼੍ਰੀ ਮੁਖ ਤੇ ਤਬ ਹੁਕਮ ਬਖਾਨਾ। ਮਹਾਰਾਜ ਸਾਹਿਬ ਜੀਆਂ ਨੇ ਸੁਭਾਏਮਾਨ ਮੁਖ ਤੋਂ ਉਸ ਵੇਲੇ ਬਚਨ ਕੀਤੇ। ਬੈਠੇ ਸਨ ਮਹਾਰਾਜ ਮਹੰਤ ਕਿਰਪਾਲ ਦਾਸ ਦੇ ਕੋਲ। ਸਿੱਖਾਂ ਨੇ ਆਖਿਆ, ਮਹਾਰਾਜ ਫੌਜ ਮੈਦਾਨ ਵਿੱਚ ਦੁਸ਼ਮਣ ਦੀ ਪਹੁੰਚ ਗਈ ਹੈ। ਇਹ ਬਚਨ ਸੁਣ ਕੇ ਮਹਾਰਾਜ ਫਿਰ ਖੜੇ ਹੋ ਗਏ, ਸਾਵਧਾਨ ਹੋ ਕੇ ਫਿਰ ਕਹਿਣ ਲੱਗੇ ਹਨ, ਦੇਹੋ ਬਜਾਏ ਰਣਜੀਤ ਨਗਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਕਿਉ ਸਿੱਖੋ ਆਪਣੇ ਵੱਲੋਂ ਵੀ ਕੋਈ ਢਿੱਲ ਨਹੀਂ ਹੈ, ਕੋਈ ਘਾਟ ਨਹੀਂ ਹੈ। ਜਿਹੜਾ ਰਣਜੀਤ ਨਗਾਰਾ ਬਣਾਇਆ ਹੋਇਆ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਉਸ ਨਗਾਰੇ ਦੇ ਉੱਪਰ ਫਿਰ ਚੋਬਾਂ ਲਾ ਦਿਓ। ਤੁਸੀਂ ਵੀ ਨਗਾਰਾ ਵਜਾ ਦਿਓ ਤਾਂ ਕਿ ਸਾਡੇ ਵੱਲੋਂ ਵੀ ਐਲਾਨ ਹੋ ਜਾਵੇ ਕਿ ਅਸੀਂ ਵੀ ਜੰਗ ਵਾਸਤੇ ਬਿਲਕੁਲ ਤਿਆਰ ਹਾਂ। ਤਿਆਰ ਹੋਏ ਜਿਸ ਤੇ ਦਲ ਸਾਰਾ। ਜਿਸ ਕਰਕੇ ਸਾਰਾ ਦਲ
ਸਾਰੀ ਫੌਜ ਜਿਹੜੀ ਹੈ ਤਿਆਰ ਬਰ ਤਿਆਰ ਹੋ ਜਾਵੇ ਔਰ ਦੁਸ਼ਮਣ ਦੇ ਦੰਦ ਖੱਟੇ ਕਰਨ ਵਾਸਤੇ ਸਾਡੀਆਂ ਫੌਜਾਂ ਜਿਹੜੀਆਂ ਨੇ ਕੂਚ ਕਰਨਾ। ਤਤਸ਼ਨ ਆਪਣੇ ਸ਼ਸਤਰ ਮੰਗਾਏ। ਇਹ ਬਚਨ ਮਹਾਰਾਜ ਨੇ ਸਿੱਖਾਂ ਨੂੰ ਕੀਤਾ। ਨਾਲ ਹੀ ਹੁਕਮ ਕੀਤਾ, ਕਹਿਣ ਲੱਗੇ ਲਿਆਓ ਭਾਈ ਸਾਡੇ ਸ਼ਸਤਰ ਕਿੱਥੇ ਰੱਖੇ ਨੇ, ਲਿਆਓ ਇਹਨਾਂ ਨੂੰ ਅਸੀਂ ਹੁਣ ਆਪਣੀ ਸ਼ਸਤਰ ਵਿੱਦਿਆ ਵਿਖਾਈਏ। ਇਹ ਕਮਾਈ ਹੋਈ ਵਿੱਦਿਆ ਜਿਹੜੀ ਹੈ ਇਹ ਅਸੀਂ ਹੁਣ ਦੁਸ਼ਮਣ ਨੂੰ ਵਿਖਾਵਾਂਗੇ। ਮਹਾਰਾਜ ਜੀਆਂ ਨੇ ਉਸੇ ਵੇਲੇ ਹੁਕਮ ਕਰਕੇ ਆਪਣੇ ਜੰਗੀ ਸ਼ਸਤਰ ਮੰਗਾਏ ਹਨ। ਤੁਰਤ ਦਾਸ ਲੈ ਪਾਸ ਟਿਕਾਏ। ਜਦੋਂ ਹੁਕਮ ਕੀਤਾ ਮਹਾਰਾਜ ਸਾਹਿਬ ਜੀਆਂ ਨੇ, ਇੱਕ ਸੇਵਕ ਛੇਤੀ ਨਾਲ ਦੌੜ ਕੇ ਗਿਆ ਜਿੱਥੇ ਮਹਾਰਾਜ ਦੇ ਇਹ ਸ਼ਸਤਰ ਰੱਖੇ ਹੋਏ ਸਨ, ਛੇਤੀ ਦੇ ਨਾਲ ਲਿਆ ਕੇ ਮਹਾਰਾਜ ਦੇ ਸਾਹਮਣੇ ਕੀਤੇ ਹਨ। ਪ੍ਰਥਮ ਗੁਰੂ ਭਗਵਤੀ ਮਨਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਰਿਆਂ ਤੋਂ ਪਹਿਲਾਂ ਆਦਿ ਸ਼ਕਤੀ ਜੋ ਨਿਰੰਕਾਰ ਹੈ ਨਾ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ, ਉਸ ਪਰਮਾਤਮਾ ਨੂੰ ਪਹਿਲਾਂ ਮਨਾਇਆ, ਉਹਦੇ ਅੱਗੇ ਅਰਦਾਸ ਕੀਤੀ ਹੈ। ਇਸ ਤਰ੍ਹਾਂ ਮਹਾਰਾਜ ਜੀ ਜੰਗ ਦੀ ਤਿਆਰੀ ਕਰਦੇ ਹਨ। ਸ਼੍ਰੀ ਨਾਨਕ ਸਿਮਰੰਤ ਸਹਾਈ। ਅਤੇ ਫਿਰ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੂੰ ਜਿਹੜੇ ਪਰਮਾਤਮਾ ਦਾ ਸਰਗੁਣ ਸਰੂਪ ਨੇ, ਪਹਿਲਾਂ ਨਿਰਗੁਣ ਸਰੂਪ ਦੇ ਅੱਗੇ ਅਰਦਾਸ ਹੋਈ ਹੈ, ਫਿਰ ਸਰਗੁਣ ਸਰੂਪ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ, ਉਹਦੇ ਅੱਗੇ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਰਦਾਸ ਕਰਦੇ ਹਨ। ਹੀਰੇ ਕੰਚਨ ਮੁਸਤ ਜਰਾਉ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਾਰਿਆਂ ਤੋਂ ਪਹਿਲਾਂ ਤਲਵਾਰ ਜਿਹੜੀ ਹੈ ਨਾ ਆਪਣੀ ਵੱਡੀ ਭਾਰੀ ਤੇਗ, ਕਹਿਣ ਲੱਗੇ ਵੀ ਇਹ ਤੇਗ ਮਹਾਰਾਜ ਜੀਆਂ ਦੀ ਜਿਹੜਾ ਮੁੱਠਾ ਹੈ ਨਾ ਫੜਨ ਵਾਲਾ ਕਬਜ਼ਾ ਜਿਹਨੂੰ ਕਿਹਾ ਜਾਂਦਾ ਹੈ, ਇਹ ਸੋਨੇ ਦੀ ਇਹਦੇ ਉੱਪਰ ਮੁੱਠਾ ਲੱਗਿਆ ਹੋਇਆ। ਸੋਨੇ ਦੀ ਮੁੱਠ ਵਾਲੀ ਜਿਹੜੀ ਸ੍ਰੀ ਸਾਹਿਬ ਹੈ ਉਹ ਮਹਾਰਾਜ ਨੇ ਫੜੀ ਹੈ, ਇਹਦੇ ਉੱਪਰ ਬੜੇ ਸੋਹਣੇ ਹੀਰੇ ਲੱਗੇ ਹੋਏ ਹਨ। ਨਿਰਮਲ ਖਰ ਧਾਰਾ ਚਮਕਾਉ। ਇਸ ਦੀ ਧਾਰ ਬੜੀ ਤਿੱਖੀ ਹੈ, ਮਹਾਰਾਜ ਦੇ ਹੱਥੋਂ ਜਦੋਂ ਚੱਲੇਗੀ ਨਾ ਤੇ ਦੁਸ਼ਮਣ ਦੇ ਸਰੀਰ ਵਿੱਚ ਕਿਤੇ ਖੜੇਗੀ ਨਹੀਂ, ਝਾਟੀ ਸਰੀਰ ਦਾ ਆਉ ਲਾ ਦੇਵੇਗੀ। ਐਸੀ ਤਿੱਖੀ ਧਾਰਾ ਵਾਲੀ ਤਲਵਾਰ ਬੜੀ ਚਮਕਦੀ ਪਈ ਹੈ, ਉਹ ਮਹਾਰਾਜ ਜੀਆਂ ਨੇ ਆਪਣੇ ਹੱਥਾਂ ਵਿੱਚ ਅੰਗੀਕਾਰ ਕੀਤੀ ਹੈ। ਐਸੇ ਖੜਗ ਦੀਹ ਗਰ ਪਾਇਓ। ਤੇ ਸਤਿਗੁਰੂ ਨੇ ਐਸਾ ਵੱਡਾ ਤੇਗਾ ਗੁਰਮੁਖੋ ਆਪਣੇ ਗਲ ਦੇ ਵਿੱਚ ਪਹਿਨਿਆ। ਸਾਰਿਆਂ ਤੋਂ ਪਹਿਲਾਂ ਗਲ ਦੇ ਵਿੱਚ ਮਹਾਰਾਜ ਜੀਆਂ ਨੇ ਸ੍ਰੀ ਸਾਹਿਬ ਨੂੰ ਸਜਾਇਆ ਹੈ। ਪੁੰਤਰ ਕਸ਼ ਨਿਜ ਹੱਥ ਉਠਾਇਓ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਦੂਸਰਾ ਸ਼ਸਤਰ ਕੀ ਪਹਿਨਿਆ, ਇਹ ਤੀਰਾਂ ਵਾਲਾ ਭੱਥਾ, ਉਹ ਆਪਣੇ ਮੋਢੇ ਦੇ ਉੱਪਰ ਮਹਾਰਾਜ ਨੇ ਟੰਗਿਆ। ਇਸ ਭੱਥੇ ਵਿੱਚੋਂ ਐਸੇ ਤੀਰ ਨਿਕਲ ਕੇ ਕਮਾਨ ਵਿੱਚੋਂ ਚੱਲਣਗੇ ਜਿਨ੍ਹਾਂ ਦਾ ਦੁਸ਼ਮਣ ਦੇ ਕੋਲ ਕੋਈ ਜਵਾਬ ਨਹੀਂ ਹੋਵੇਗਾ, ਕੋਈ ਜਵਾਬ ਨਹੀਂ ਦੇ ਸਕੇਗਾ। ਸੋ ਐਸਾ ਭੱਥਾ ਮਹਾਰਾਜ ਸਾਹਿਬ ਜੀਆਂ ਨੇ ਤੀਰਾਂ ਦਾ ਭਰਿਆ ਹੋਇਆ ਆਪਣੇ ਮੋਢੇ ਦੇ ਨਾਲ ਪਾਇਆ ਹੈ। ਮੁਕਤਾ ਗੁਛ ਲਰਕਤੇ ਸੰਗ। ਤੇ ਕਹਿਣ ਲੱਗੇ ਮਹਾਰਾਜ ਜੀਆਂ ਦੇ ਇਸ ਭੱਥੇ ਦੇ ਨਾਲ ਮੋਤੀਆਂ ਦੇ ਗੁੱਛੇ ਬਣਾ ਕੇ ਬੜੇ ਸੋਹਣੇ ਨਾਲ ਲਟਕਦੇ ਨੇ। ਬੜਾ ਸੋਹਣਾ ਇਹ ਬਣਿਆ ਹੋਇਆ ਭੱਥਾ ਜਿਹਦੇ ਵਿੱਚ ਤੀਰ ਪਾਏ, ਮੋਤੀਆਂ ਦੇ ਗੁੱਛੇ ਦੇ ਨਾਲ ਇੱਧਰ ਉੱਧਰ ਨੂੰ ਲਮਕਦੇ ਦਿਖਾਈ ਦਿੰਦੇ। ਡੱਡ ਦੀਰਘ ਖਰ ਭਰੇ ਖਤੰਗ। ਤੇ ਬੜੇ ਬੜੇ ਚੌੜੇ ਮਹਾਰਾਜ ਸਾਹਿਬ ਜੀਆਂ ਨੇ ਇਸ ਭੱਥੇ ਵਿੱਚ ਤੀਰ ਜਿਹੜੇ ਨੇ ਪਾਏ ਨੇ। ਐਸੇ ਚੌੜੇ ਇਹ ਤੀਰ ਮਹਾਰਾਜ ਸਾਹਿਬ ਜੀਆਂ ਨੇ ਇਹਦੇ ਵਿੱਚ ਪਾਏ। ਮੰਨ ਲਓ ਵੀ ਇਹ ਤੀਰ ਹੀ ਨਹੀਂ, ਦੁਸ਼ਮਣ ਨੂੰ ਨਾਸ਼ ਕਰਨ ਵਾਸਤੇ ਮੰਨ ਲਓ ਫਣੀਅਰ ਨਾਗ ਹੋਣ, ਐਸੇ ਚੌੜੇ ਤੀਰ ਮਹਾਰਾਜ ਨੇ ਭੱਥੇ ਵਿੱਚ ਭਰੇ। ਕਰ ਮੈਂ ਪਾਏ ਕਸਿਓ ਕਟ ਸਾਥਾ। ਸਤਿਗੁਰੂ ਪਾਤਸ਼ਾਹ ਨੇ ਪਾ ਕੇ ਗਲ ਦੇ ਵਿੱਚ ਇਹ ਤੀਰਾਂ ਵਾਲਾ ਭੱਥਾ ਤੇ ਲੱਕ ਦੇ ਨਾਲ ਫਿਰ ਚੰਗੀ ਤਰ੍ਹਾਂ ਕਮਰ ਕੱਸਾ ਕੀਤਾ, ਬੜੀ ਪਕਿਆਈ ਦੇ ਨਾਲ ਮਹਾਰਾਜ ਜੀਆਂ ਨੇ ਆਪਣੇ ਕਮਰ ਕੱਸੇ ਨੂੰ ਕੱਸਿਆ ਹੈ। ਪੰਨੰਗ ਸਦਨ ਕਿਦੋਂ ਦੁੱਧ ਭਾਥਾ। ਇਹ ਸਤਿਗੁਰੂ ਮਹਾਰਾਜ ਜੀਆਂ ਦਾ ਕਹਿਣ ਲੱਗੇ ਭੱਥਾ ਨਹੀਂ ਗੁਰਮੁਖੋ, ਇਹ ਤੇ ਇਹ ਗੱਲ ਸਮਝ ਲਓ ਵੀ ਜਿਵੇਂ ਸੱਪਾਂ ਦਾ ਘਰ ਹੀ ਹੋਵੇ, ਜਿਵੇਂ ਸੱਪ ਨਿਕਲਦੇ ਨੇ ਇੱਕ ਜਗ੍ਹਾ ਤੋਂ ਬੇਅੰਤ ਨਿਕਲਦੇ। ਇਹ ਮਹਾਰਾਜ ਦੇ ਤੀਰਾਂ ਦਾ ਭੱਥਾ ਨਹੀਂ, ਇਹ ਤੀਰ ਨਹੀਂ, ਇਹ ਤੇ ਕਾਲੇ ਨਾਗ ਨੇ। ਇਹ ਭੱਥਾ ਤੇ ਨਾਗਾਂ ਦਾ ਹੀ ਮੰਨ ਲਓ ਘਰ ਹੈ। ਇਹਦੇ ਵਿੱਚੋਂ ਬੜੇ ਬੜੇ ਭਿਆਨਕ ਤੀਰ ਮਹਾਰਾਜ ਸਾਹਿਬ ਜੀ ਨੇ ਚਲਾਉਣੇ ਹਨ। ਤਨੁਖ ਕਠੋਰ ਗਹਿਓ ਨਿਜ ਹੱਥ। ਇਸ ਤੋਂ ਉਪਰੰਤ ਮਹਾਰਾਜ ਸਾਹਿਬ ਜੀਆਂ ਨੇ ਬੜਾ ਤਗੜਾ ਜਿਹੜਾ ਧਨੁਖ ਹੈ ਉਹ ਆਪਣੇ ਹੱਥ ਵਿੱਚ ਉਸ ਵੇਲੇ ਪਕੜਿਆ ਹੈ। ਹਾਏ ਆਵਾਹਨ ਕੀਨਸ ਨਾਥਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਪਹਿਲਾਂ ਸ੍ਰੀ ਸਾਹਿਬ ਨੂੰ ਗਲ ਪਹਿਨਿਆ, ਫਿਰ ਤੀਰਾਂ ਵਾਲਾ ਭੱਥਾ ਹੱਥ ਵਿੱਚ ਮਹਾਰਾਜ ਨੇ ਤੀਰ ਕਮਾਨ ਫੜਿਆ। ਜਦੋਂ ਇਹ ਸਾਰੀ ਤਿਆਰੀ ਕੀਤੀ ਮਹਾਰਾਜ ਨੇ ਸਿੱਖ ਨੂੰ ਹੁਕਮ ਦਿੱਤਾ, ਕਹਿਣ ਲੱਗੇ ਲਿਆਓ ਸਾਡਾ ਘੋੜਾ, ਅਸੀਂ ਉਹਦੇ ਉੱਪਰ ਸਵਾਰ ਹੋ ਕੇ ਜੰਗ ਮੈਦਾਨ ਨੂੰ ਚੱਲੀਏ। ਸਿੱਖ ਨੇ ਮਹਾਰਾਜ ਦਾ ਹੁਕਮ ਪਾ ਕੇ ਬੜੀ ਛੇਤੀ ਦੇ ਨਾਲ ਨੀਲਾ ਘੋੜਾ ਮਹਾਰਾਜ ਦੀ ਸੇਵਾ ਵਿੱਚ ਉਸ ਵੇਲੇ ਪ੍ਰਸਤੁਤ ਕੀਤਾ। ਮਹਾਰਾਜ ਸਾਹਿਬ ਜੀ
ਉਸ ਵੇਲੇ ਫਿਰ ਕੇਤਕ ਸੁਭਟ ਦੁਰਗ ਮਹਿਸ਼ੁਰੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਲੇ ਦੇ ਵਿੱਚ, ਜਿਹੜਾ ਪੌਂਟਾ ਸਾਹਿਬ ਦਾ ਮੁੱਖ ਗੁਰਦੁਆਰਾ ਨਾ ਗੁਰਮੁਖੋ, ਇੱਥੇ ਮਹਾਰਾਜ ਨੇ ਕਿਲਾ ਬਣਵਾਇਆ। ਵਿਦਵਾਨ ਕਹਿੰਦੇ ਨੇ ਵੀ ਅੱਜ ਵੀ ਉਹ ਕਿਲੇ ਦੀਆਂ ਥੋੜ੍ਹੀਆਂ ਬਹੁਤੀਆਂ ਨਿਸ਼ਾਨੀਆਂ ਕੰਧਾਂ ਦੇ ਰੂਪ ਦੇ ਵਿੱਚ ਉੱਥੇ ਅੱਜ ਵੀ ਦਿਖਾਈ ਦਿੰਦੀਆਂ। ਇੱਥੇ ਮਹਾਰਾਜ ਦਾ ਅਸਲਾ ਬਰੂਦ ਖਜ਼ਾਨਾ ਵਗੈਰਾ ਪਿਆ ਹੋਇਆ। ਥੋੜ੍ਹੇ ਜਿਹੇ ਸਿੱਖ ਮਹਾਰਾਜ ਨੇ ਇੱਥੇ ਛੱਡੇ ਨੇ। ਤੁਸੀਂ ਸਾਡੇ ਕਿਲੇ ਦਾ ਧਿਆਨ ਰੱਖਣਾ, ਸ਼ਸਤਰਾਂ ਦਾ ਧਿਆਨ ਰੱਖਣਾ, ਔਰ ਉਹਨਾਂ ਸੂਰਮਿਆਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਜੰਗ ਮੈਦਾਨ ਦੇ ਵਿੱਚ ਰਸਤ ਪਾਣੀ ਵੀ ਪਹੁੰਚਾਉਣਾ ਹੈ ਔਰ ਗੋਲੀ ਸਿੱਕਾ ਵੀ ਪਹੁੰਚਾਉਣਾ ਹੈ। ਥੋੜ੍ਹੇ ਜਿਹੇ ਸਿੱਖ ਮਹਾਰਾਜ ਜੀਆਂ ਨੇ ਇੱਥੇ ਕਿਲੇ ਦੇ ਅੰਦਰ ਛੱਡੇ ਹਨ। ਹੋਏ ਸੁਚੇਤ ਰਛੋ ਚੌ ਔਰੇ। ਤੇ ਸਤਿਗੁਰਾਂ ਨੇ ਹੁਕਮ ਦਿੱਤਾ, ਕਹਿਣ ਲੱਗੇ ਭਾਈ ਬੜੇ ਸਾਵਧਾਨ ਰਹਿਣਾ, ਕਿਲੇ ਦੀ ਰਾਖੀ ਕਰਦਿਆਂ ਚਾਰ ਸਫੇਰੇ ਨਿਗਾਹ ਰੱਖਣੀ ਹੈ, ਕਿਸੇ ਪਾਸਿਓਂ ਦੁਸ਼ਮਣ ਨੇੜੇ ਨਾ ਲੱਗ ਪਾਏ। ਸੋ ਇਸ ਤਰ੍ਹਾਂ ਉਹਨਾਂ ਨੂੰ ਮਹਾਰਾਜ ਨੇ ਸਾਵਧਾਨ ਕੀਤਾ। ਤਬ ਪੰਚ ਉਹ ਭਰਾਤਾ ਚਲਿਆ ਏ। ਅਜੇ ਮਹਾਰਾਜ ਇਹਨਾਂ ਹੁਕਮ ਕਰਦੇ ਪਏ, ਇੰਨੇ ਚਿਰ ਨੂੰ ਮਹਾਰਾਜ ਜੀਆਂ ਦੇ ਭੂਆ ਜੀ ਦੇ ਪੁੱਤਰ ਭਾਈ ਸੰਗੋ ਸ਼ਾਹ ਜੀ, ਇਹ ਪੰਜੇ ਭਰਾ ਚੱਲ ਕੇ ਆ ਗਏ ਕਿ ਸਤਿਗੁਰੂ ਪਾਤਸ਼ਾਹ ਤਿਆਰ ਹੋਏ ਜੰਗ ਵਾਸਤੇ, ਅਸੀਂ ਵੀ ਇਹਨਾਂ ਦੇ ਨਾਲ ਹੀ ਚੱਲਣਾ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੀ ਪੁੱਤਰੀ ਬੀਬੀ ਵੀਰੋ ਹੈ। ਬੀਬੀ ਵੀਰੋ ਜੀਆਂ ਦਾ ਵਿਆਹ ਝਬਾਲ, ਜਿਹੜਾ ਨਗਰ ਅੰਮ੍ਰਿਤਸਰ ਦੇ ਨੇੜੇ, ਉੱਥੇ ਹੋਇਆ ਹੈ। 5 ਪੁੱਤਰ ਇਸ ਬੀਬੀ ਤੋਂ ਹੋਏ, ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਭਾਣਜੇ ਲੱਗਦੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਭਰਾ ਲੱਗਦੇ। ਇਹਨਾਂ ਤੋਂ ਵੱਡੇ ਦਾ ਨਾਮ ਭਾਈ ਸੰਗੋ ਸ਼ਾਹ ਹੈ। ਇਹ 5 ਹੀ ਭਾਈ ਮਹਾਰਾਜ ਦੇ ਭੂਆ ਦੇ ਪੁੱਤਰ, ਬੀਬੀ ਵੀਰੋ ਜੀਆਂ ਦੇ ਪੁੱਤਰ, ਇਹ ਵੀ ਤਿਆਰ ਹੋ ਕੇ ਮਹਾਰਾਜ ਦੇ ਕੋਲ ਆ ਗਏ ਹਨ। ਸ਼ਸਤਰ ਸੁਹਾਵਤ ਅੰਗ ਲਗਾਏ। ਇਹਨਾਂ ਨੇ ਵੀ ਸਰੀਰ ਦੇ ਉੱਪਰ ਬੜੇ ਸੋਹਣੇ ਜਿਹੜੇ ਸ਼ਸਤਰ ਨੇ ਉਹ ਸਜਾਏ ਹੋਏ ਹਨ। ਮਨੋ ਪੰਚ ਪਾਂਡਵ ਇਹ ਸੋ ਹੈ। ਮੰਨ ਲਓ ਵੀ ਇਹ 5 ਭਰਾ ਜਿਹੜੇ ਨੇ 5 ਪਾਂਡਵ ਹੀ ਨੇ ਮਹਾਰਾਜ ਦੇ ਨਾਲ। ਜਿਵੇਂ ਦੁਆਪਰ ਯੁੱਗ ਦੇ ਵਿੱਚ ਪਾਂਡਵਾਂ ਨੂੰ ਬੜਾ ਬਲ ਵਾਲਾ ਮੰਨਿਆ ਜਾਂਦਾ ਹੈ, ਕਹਿਣ ਲੱਗੇ ਵੀ ਇਹ 5 ਭਰਾ ਮਹਾਰਾਜ ਦੇ ਨਾਲ, ਮੰਨ ਲਓ 5 ਪਾਂਡਵ ਹੀ ਬਲ ਵਾਲੇ ਹਨ। ਪ੍ਰਣ ਕੇ ਹੇਤ ਚੜੇ ਬੜ ਰੋਹੈ। ਤੇ ਇਹ ਬੜੇ ਗੁੱਸੇ ਦੇ ਨਾਲ, ਬੜੇ ਵੀਰ ਰਸ ਦੇ ਨਾਲ ਇਹ ਮਹਾਰਾਜ ਦੇ ਭਰਾ ਜਿਹੜੇ ਨੇ, ਇਹ ਵੀ ਨਾਲ ਹੀ ਜੰਗ ਵਿੱਚ ਜਾਣ ਵਾਸਤੇ ਸਵਾਰ ਹੋਏ ਹਨ। ਸੰਗੋ ਸ਼ਾਹ ਵਿਸਾਲ ਜਨੋ। ਇਹਨਾਂ ਦੇ ਵਿੱਚੋਂ ਸਭ ਤੋਂ ਵੱਡੇ ਦਾ ਨਾਮ ਗੁਰਮੁਖੋ ਭਾਈ ਸੰਗੋ ਸ਼ਾਹ ਹੈ। ਇਹ ਭਾਈ ਸੰਗੋ ਸ਼ਾਹ ਦੀ ਇੱਥੇ ਸ਼ਹੀਦੀ ਵੀ ਹੋਣੀ ਹੈ ਇਸ ਜੰਗ ਦੇ ਵਿੱਚ, ਔਰ ਇਸੇ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਜੀਆਂ ਦਾ ਜਨਮ ਵੀ ਹੋਣਾ ਹੈ। ਸੋ ਇਹ ਪਹਿਲਾ ਜੰਗ ਮਹਾਰਾਜ ਭੰਗਾਣੀ ਦਾ ਲੜਨ ਵਾਸਤੇ ਤਿਆਰੇ ਕੱਸਦੇ ਪਏ। ਭਾਈ ਸੰਗੋ ਸ਼ਾਹ ਕਹਿਣ ਲੱਗੇ ਸਭ ਤੋਂ ਵੱਡੇ ਹਨ। ਆਯੁਧ ਵਿਦਿਆ ਨਿਪੁੰਨ ਤਿਨੋ ਮੈਂ। ਤੇ ਇਹ ਸ਼ਸਤਰ ਵਿਦਿਆ ਵਿੱਚ ਬੜੇ ਨਿਪੁੰਨ ਨੇ ਗੁਰਮੁਖੋ। ਬੜੀ ਭਾਰੀ ਸ਼ਸਤਰ ਵਿਦਿਆ ਇਹਨਾਂ ਨੇ ਸਿਖਲਾਈ ਕੀਤੀ, ਅਭਿਆਸ ਕੀਤਾ, ਸ਼ਸਤਰ ਵਿਦਿਆ ਨੂੰ ਕਮਾਇਆ ਹੋਇਆ ਹੈ। ਜੀਤ ਮਲ ਦੂਜੋ ਵੱਡ ਜੋਧਾ। ਤੇ ਗੁਰਮੁਖੋ ਦੂਜੇ ਦਾ ਨਾਮ ਹੈ ਅਜੀਤ ਮੱਲ। ਇਹ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਦੇ ਦੋਤਰੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਦੇ ਭਾਣਜੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਭਰਾ, ਬੀਬੀ ਵੀਰੋ ਜੀਆਂ ਦੇ ਪੁੱਤਰ। ਇਹ ਇਹਨਾਂ ਦੇ ਨਾਮ ਇੱਥੇ ਕਵੀ ਸੰਤੋਖ ਸਿੰਘ ਨੇ ਲਿਖੇ ਨੇ। ਵੱਡੇ ਨਾਂ ਦਾ ਨਾਮ ਹੈ ਸੰਗੋ ਸ਼ਾਹ ਅਤੇ ਇਸੇ ਤਰ੍ਹਾਂ ਦੂਜੇ ਦਾ ਨਾਮ ਭਾਈ ਜੀਤ ਮੱਲ ਹੈ। ਇਹ ਦੂਜਾ ਭਰਾ ਵੱਡੇ ਤੋਂ ਜਿਹੜਾ ਛੋਟਾ ਹੈ ਉਹਦਾ ਨਾਮ ਜੀਤ ਮੱਲ ਹੈ। ਰਿਪਗਨ ਮਿਰਗਨ ਸ਼ੇਰ ਜਿਮ ਪਰ ਕ੍ਰੋਧਾ। ਕਹਿਣ ਲੱਗੇ ਗੁਰਮੁਖੋ ਵੀ ਇਹ ਵੀ ਬੜਾ ਵੱਡਾ ਸੂਰਮਾ ਹੈ। ਜਿਵੇਂ ਕੱਲਾ ਹੀ ਸ਼ੇਰ ਹਿਰਨਾਂ ਦੇ ਉੱਪਰ ਭਾਰੀ ਪੈਂਦਾ ਹੈ, ਕਹਿਣ ਲੱਗੇ ਦੁਸ਼ਮਣ ਤੇ ਇਹਦੇ ਸਾਹਮਣੇ ਹਿਰਨ ਵਾਂਗ ਨੇ। ਔਰ ਇਹ ਮਹਾਰਾਜ ਜੀਆਂ ਦਾ ਦੂਜਾ ਵੱਡਾ ਭਰਾ ਸ਼ੇਰ ਦੇ ਵਾਂਗ ਦੁਸ਼ਮਣ ਤੇ ਪੈਣ ਵਾਲਾ, ਐਸਾ ਇਹ ਬਹਾਦਰ ਹੈ। ਨਾਮ ਇਹਦਾ ਜੀਤ ਮੱਲ ਹੈ। ਨਾਮ ਗੁਲਾਬ ਚੰਦ ਹੈ ਤੀਜੋ। ਤੇ ਤੀਜੇ ਦਾ ਨਾਮ ਗੁਰਮੁਖੋ ਗੁਲਾਬ ਚੰਦ ਹੈ। ਇੱਥੇ 5 ਭਰਾਵਾਂ ਦੇ ਨਾਮ ਆਉਣਗੇ ਵਾਰੀ ਵਾਰੀ। ਤੀਜੇ ਭਰਾ ਦਾ ਨਾਮ ਕਹਿਣ ਲੱਗੇ ਗੁਲਾਬ ਚੰਦ ਹੈ। ਜਿਮ ਸਮ ਤਪ ਕਹਤੈ ਨਹਿ ਬੀਜੋ। ਕਹਿਣ ਲੱਗੇ ਵੀ ਇਹਦੇ ਵਰਗਾ ਕੋਈ ਦੂਜਾ ਬੰਦਾ ਬੰਦੂਕ ਨਹੀਂ ਚਲਾ ਸਕਦਾ। ਇਹ ਇੰਨਾ ਭਾਰੀ ਸੂਰਮਾ ਸੀ ਵੀ ਬੰਦੂਕ ਨੂੰ ਭਾਵੇਂ ਅੱਖਾਂ ਇੱਧਰ ਉੱਧਰ ਫੇਰ ਕੇ ਚਲਾ ਦੇਵੇ ਤਾਂ ਵੀ ਨਿਸ਼ਾਨਾ ਲੱਗਦਾ ਹੈ। ਵਿਦਵਾਨਾਂ ਨੇ ਲਿਖਿਆ, ਕਹਿਣ ਲੱਗੇ ਜੇ ਪੰਛੀ ਦੇ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਤੇ ਉਸ ਪੰਛੀ ਨੂੰ ਆਕਾਸ਼ ਵੱਲ ਨੂੰ ਛੱਡ ਦਈਏ ਤੇ ਭਾਈ ਗੁਲਾਬ ਰਾਏ ਦੀਆਂ ਗੁਲਾਬ ਚੰਦ ਦੀਆਂ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਦਈਏ ਤੇ ਹੱਥ ਵਿੱਚ ਫੜਾ ਦਈਏ ਬੰਦੂਕ, ਕਹਿਣ ਲੱਗੇ ਇੰਨਾ ਭਾਰੀ ਇਹ ਨਿਸ਼ਾਨਚੀ ਹੈ। ਜਦੋਂ ਪੰਛੀ ਆਕਾਸ਼ ਵਿੱਚ ਉੱਡੇਗਾ ਉਹਦੇ ਪੈਰਾਂ ਵਿੱਚ ਪਾਏ ਹੋਏ ਘੁੰਗਰੂ ਛਣਕਣਗੇ। ਅੱਖਾਂ ਦੇ ਪੱਟੀ ਬੱਧਿਆਂ ਬਾਵਜੂਦ ਵੀ ਭਾਈ ਗੁਲਾਬ ਚੰਦ ਜੀ ਐਸਾ ਨਿਸ਼ਾਨਾ ਲਾਉਂਦੇ ਸਨ ਕਿ ਇਹਨਾਂ ਦੀ ਗੋਲੀ ਜਿਹੜੀ ਹੈ ਉਹ ਪੰਛੀ ਦੇ ਵਿੱਚੋਂ ਦੀ ਪਰੋਈ ਜਾਂਦੀ, ਵਿੱਚੋਂ ਦੀ ਨਿਕਲ ਜਾਂਦੀ ਹੈ। ਐਸਾ ਵੱਡਾ ਸੂਰਮਾ, ਇਹਨੂੰ ਲਿਖਿਆ ਵੀ ਇੰਨਾ ਵੱਡਾ ਨਿਸ਼ਾਨਾ ਹੈ।
ਆਪਣੀਆਂ ਕੰਨਾਂ ਵਿੱਚ ਆਵਾਜ਼ ਸੁਣ ਕੇ ਤੇ ਨਿਸ਼ਾਨਾ ਲਾਉਣ ਵਾਲਾ, ਔਰ ਨਿਸ਼ਾਨੇ ਦੇ ਉੱਪਰ ਪੂਰਾ ਪੂਰਾ ਇਸ ਦੀ ਗੋਲੀ ਜਿਹੜੀ ਆ ਕੰਮ ਕਰਦੀ ਹੈ। ਇਹ ਐਸਾ ਵੱਡਾ ਸੂਰਮਾ ਹੈ। ਇਹ ਤੀਜਾ ਭਰਾ ਮਹਾਰਾਜ ਜੀਆਂ ਦਾ ਨਾਮ ਹੈ ਗੁਲਾਬ ਚੰਦ। ਕਹਿਣ ਲੱਗੇ ਇਹ ਵੀ ਨਾਲ ਮਹਾਰਾਜ ਦੇ ਚੱਲੇ ਹਨ। ਚਤੁਰਥ ਗੰਗਾ ਰਾਮ ਸੁਹਾਇ। ਤੇ ਚੌਥੇ ਭਰਾ ਦਾ ਨਾਮ ਗੁਰਮੁਖੋ ਹੈ ਗੰਗਾ ਰਾਮ। ਸੋ ਇਹ 5 ਪੁੱਤਰ ਨੇ ਬੀਬੀ ਵੀਰੋ ਜੀਆਂ ਦੇ। ਮਹਾਰਾਜ ਦੇ 5 ਭਰਾ ਲੱਗੇ ਰਿਸ਼ਤੇਦਾਰੀ ਦੇ ਵਿੱਚ। ਸੋ ਕਹਿਣ ਲੱਗੇ ਚੌਥੇ ਨੰਬਰ ਦਾ ਜਿਹੜਾ ਭਰਾ ਹੈ ਨਾ ਗੁਰਮੁਖੋ, ਇਹਦਾ ਨਾਮ ਗੰਗਾ ਰਾਮ ਹੈ। ਸ਼ਸਤਰ ਸਜਾਏ ਜੰਗ ਹਿਤ ਆਇਓ। ਇਸ ਨੇ ਵੀ ਸ਼ਸਤਰ ਸਜਾਏ ਤੇ ਜੰਗ ਲੜਨ ਵਾਸਤੇ ਵੀ ਮਹਾਰਾਜ ਦੇ ਨਾਲ ਹੋ ਕੇ ਚੱਲਿਆ। ਪੰਚਮ ਚੜਿਓ ਮਾਰੀ ਚੰਦ। ਅਤੇ 5ਵੇਂ ਭਰਾ ਦਾ ਨਾਮ ਮਾਹਰੀ ਚੰਦ ਹੈ। ਇਹ 5 ਭਰਾ ਨੇ ਮਹਾਰਾਜ ਜੀਆਂ ਦੇ। ਵੱਡੇ ਹਨ ਸੰਗੋ ਸ਼ਾਹ, ਦੂਜੇ ਨੇ ਜੀਤਮਲ, ਤੀਜੇ ਨੇ ਗੁਲਾਬ ਚੰਦ, ਚੌਥੇ ਨੇ ਗੰਗਾ ਰਾਮ ਤੇ 5ਵੇਂ ਨੇ ਮਾਹਰੀ ਚੰਦ। ਇਹ 5 ਭਰਾ ਮਹਾਰਾਜ ਦੇ ਭੂਆ ਦੇ ਪੁੱਤਰ। ਕਹਿਣ ਲੱਗੇ ਬਿਲਕੁਲ ਤਿਆਰ ਬਰ ਤਿਆਰ ਹੋ ਕੇ ਸੱਜ ਕੇ ਸ਼ਸਤਰਾਂ ਦੇ ਨਾਲ ਉਸ ਵੇਲੇ ਚੱਲੇ ਹਨ। ਸ਼ਹਿਤ ਉਤਾਇਲ ਸ਼ਤਰ ਨਿਕੰਦ। ਇਹ ਚਾਹੁੰਦੇ ਨੇ ਵੀ ਛੇਤੀ ਨਾਲ ਮਹਾਰਾਜ ਸਾਨੂੰ ਜੰਗ ਦੇ ਮੈਦਾਨ ਵਿੱਚ ਲੈ ਕੇ ਚੱਲਣ ਕਿ ਅਸੀਂ ਜਾ ਕੇ ਦੁਸ਼ਮਣ ਨੂੰ ਨਾਸ਼ ਕਰਨਾ ਕਰੀਏ। ਅਪਰ ਚਮਕੇ ਤੱਕ ਚੜਿਆਈ। ਹੋਰ ਵੀ ਬੜੀ ਭਾਰੀ ਬੇਅੰਤ ਫੌਜ ਮਹਾਰਾਜ ਜੀਆਂ ਦੇ ਨਾਲ ਮਿਲ ਕੇ ਦੁਸ਼ਮਣ ਨੂੰ ਨਾਸ਼ ਕਰਨ ਵਾਸਤੇ ਚੜ ਕੇ ਚੱਲੀ ਹੈ। ਸਭ ਕੀ ਦੇਸ਼ ਗੁਰਦ੍ਰਿਸ਼ਟ ਲਗਾਈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੀ ਫੌਜ ਵੱਲ ਵੇਖਿਆ ਤੇ ਵੇਖ ਕੇ ਮਹਾਰਾਜ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਇਹਨਾਂ ਵਿੱਚ ਵੀਰ ਰਸ, ਇਹਨਾਂ ਵਿੱਚ ਗੈਰਤ, ਅਣਖ, ਹੌਸਲਾ, ਇਹ ਮਹਾਰਾਜ ਬਲ ਭਰਨ ਵਾਲੇ, ਐਸੀ ਦ੍ਰਿਸ਼ਟੀ ਦੇ ਨਾਲ ਮਹਾਰਾਜ ਨੇ ਆਪਣੀ ਫੌਜ ਵੱਲ ਤੱਕਿਆ ਹੈ। ਇੱਕ ਕਰ ਬੰਕੇ ਵੀਰ ਮਹਾਨ। ਸਤਿਗੁਰੂ ਪਾਤਸ਼ਾਹ ਨੇ ਵੇਖਿਆ ਵੀ ਇਹ ਸਾਡੇ ਸੂਰਮੇ ਬੜੇ ਬਲ ਵਾਲੇ ਔਰ ਨਿਡਰ ਨੇ, ਜੰਗ ਲੜਨ ਵਾਲੇ ਬੜੇ ਬਹਾਦਰ ਨੇ। ਐਸੇ ਆਪਣੇ ਸੂਰਮਿਆਂ ਨੂੰ ਮਹਾਰਾਜ ਵੇਖ ਕੇ ਸੁਬਟ ਸੁਨਾਵਤ ਹੁਕਮ ਬਖਾਨਾ। ਸਤਿਗੁਰੂ ਪਾਤਸ਼ਾਹ ਨੇ ਲਲਕਾਰਿਆ ਆਪਣੀ ਫੌਜ ਨੂੰ। ਜਦੋਂ ਫੌਜਾਂ ਜੰਗ ਦੇ ਉੱਪਰ ਜਾਂਦੀਆਂ ਤੇ ਫੌਜ ਦਾ ਕਮਾਂਡਰ ਜਿਹੜਾ ਨਾ ਉਸ ਵੇਲੇ ਤਕਰੀਰ ਕਰਦਾ, ਫੌਜ ਨੂੰ ਹੌਸਲਾ ਦਿੰਦਾ ਹੈ ਔਰ ਉਹਨਾਂ ਦੀ ਬਹਾਦਰੀ ਜਿਹੜੀ ਹੈ ਉਹ ਵੀ ਉੱਥੇ ਸੁਣਾਈ ਜਾਂਦੀ ਹੈ ਵੀ ਇਹ ਲਕਸ਼ ਜਿਹੜਾ ਤੁਸੀਂ ਫਤਿਹ ਕਰਨਾ ਹੈ। ਸੋ ਇਸ ਤਰ੍ਹਾਂ ਮਹਾਰਾਜ ਜੀ ਆਪਣੀ ਫੌਜ ਨੂੰ ਉਤਸ਼ਾਹ ਦੇਣ ਵਾਸਤੇ ਪਾਤਸ਼ਾਹ ਜੀ ਸਾਰੀ ਆਪਣੀ ਫੌਜ ਵੱਲ ਵੇਖ ਕੇ ਉਸ ਵੇਲੇ ਕਹਿਣ ਲੱਗੇ ਹਨ। ਭੰਗਾਣੀ ਗਾਡਿਓ ਰਣ ਥੰਬਾ। ਮਹਾਰਾਜ ਕਹਿਣ ਲੱਗੇ ਸੂਰਮਿਓ, ਭੰਗਾਣੀ ਨਾਮ ਦਾ ਨਗਰ ਇੱਥੋਂ ਨੇੜੇ ਹੀ ਹੈ। ਉਹਦੇ ਮੈਦਾਨ ਦੇ ਵਿੱਚ ਜੰਗ ਦਾ ਥੰਮ ਗੱਡਿਆ ਹੋਇਆ ਹੈ ਜਿੱਥੇ ਜਾ ਕੇ ਆਪਾਂ ਜੰਗ ਲੜਨੇ ਹਨ। ਹਿਤ ਲਰਵੇ ਸੋਥਾਨ ਅਚੰਬਾ। ਤੇ ਮਹਾਰਾਜ ਕਹਿਣ ਲੱਗੇ ਜੰਗ ਲੜਨ ਵਾਸਤੇ ਉਹ ਬੜਾ ਹੈਰਾਨ ਕਰਨ ਵਾਲੀ ਜਗ੍ਹਾ ਹੈ। ਉਤ ਤੇ ਕੂਚ ਕਰੇ ਰਿਪਿਆਏ। ਉਧਰੋਂ ਮਹਾਰਾਜ ਆਪਣੇ ਹੱਥ ਦਾ ਇਸ਼ਾਰਾ ਕਰਦੇ ਪਏ। ਜਿਹੜੇ ਬੰਨਿਓ ਫਤਿਹ ਸ਼ਾਹ ਰਾਜਾ ਆਇਆ ਨਾ ਫੌਜ ਲੈ ਕੇ, ਉਧਰ ਉਂਗਲ ਦਾ ਇਸ਼ਾਰਾ ਕਰਕੇ ਬਾਂਹ ਦਾ। ਮਹਾਰਾਜ ਕਹਿਣ ਲੱਗੇ ਉਸ ਪਾਸਿਓਂ ਗੁਰਮੁਖੋ ਦੁਸ਼ਮਣ ਚੜ ਕੇ ਸਾਡੇ ਤੇ ਆ ਗਿਆ ਹੈ। ਇਤ ਤੇ ਤੁਮ ਗਮਨ ਹੋ ਅਗਵਾਏ। ਇਧਰੋਂ ਆਪਾਂ ਉਹਨਾਂ ਦਾ ਜਾ ਕੇ ਟਾਕਰਾ ਕਰਨਾ। ਅੱਗੋਂ ਫੌਜ ਆ ਰਹੀ ਹੈ, ਇਸ ਪਾਸਿਓਂ ਆਪਾਂ ਜਾਣਾ, ਆਮਣਾ ਸਾਹਮਣਾ ਜਾ ਕੇ ਹੋਵੇਗਾ। ਐਸੀ ਉਹਨਾਂ ਦੇ ਨਾਲ ਆਪਾਂ ਭਾਰੀ ਜੰਗ ਕਰਨੀ ਹੈ। ਰੋਕੋ ਆਗਾ ਸ਼ਤਰਨ ਕੀਰਾ। ਤੇ ਸਤਿਗੁਰੂ ਕਹਿਣ ਲੱਗੇ ਦੁਸ਼ਮਣਾਂ ਦਾ ਅੱਗਾ ਰੋਕਣਾ, ਪੈਰ ਪਿੱਛੇ ਨਹੀਂ ਪਟਣਾ, ਪਿੱਛੇ ਨਹੀਂ ਹਟਣਾ ਹੈ। ਦੁਸ਼ਮਣ ਨੂੰ ਐਸੀ ਮਾਰ ਮਾਰਨੀ ਹੈ ਕਿ ਪਤਾ ਲੱਗ ਜਾਵੇ ਮਹਾਰਾਜ ਦੇ ਸੂਰਮਿਆਂ ਵਿੱਚ ਕਿੰਨਾ ਕੁ ਬਲ ਹੈ। ਇਹ ਆਖਦੇ ਸਨ ਮਹਾਰਾਜ ਕੋਲ ਕਈ ਜਾਤਾਂ ਦੇ ਸਿਪਾਹੀ ਨੇ, ਇਹ ਕਈ ਜਾਤਾਂ ਕਈ ਕੰਮ ਤੇ ਕਰ ਸਕਦੀਆਂ ਪਰ ਇਹ ਜੰਗ ਨਹੀਂ ਲੜ ਸਕਦੇ। ਇਹਨਾਂ ਪਠਾਣਾਂ ਨੇ ਜਾ ਕੇ ਦੱਸਿਆ ਸੀ ਨਾ ਮਹਾਰਾਜ ਉੱਥੇ ਕਈ ਜਾਤਾਂ ਦੀ ਫੌਜ ਮਹਾਰਾਜ ਇਕੱਠੀ ਕਰੀ ਬੈਠੇ, ਉਹਨਾਂ ਫੌਜਾਂ ਨੇ ਕੀ ਲੜ ਲੈਣਾ ਹੈ। ਪਰ ਮਹਾਰਾਜ ਇੱਥੇ ਕਹਿਣ ਲੱਗੇ, ਕਹਿੰਦੇ ਐਸੇ ਪੈਰ ਰੁਕੋ ਜਾ ਕੇ ਜੰਗ ਦੇ ਵਿੱਚ, ਸਾਡੇ ਪੈਰ ਪਿੱਛੇ ਨਾ ਹੋਣੇ ਪਾਉਣ, ਅੱਗੇ ਹੀ ਵਧਣਾ ਕਰਨ, ਐਸੀ ਬਹਾਦਰੀ ਨਾਲ ਲੜਨਾ ਹੈ। ਤਹ ਘਾਲੋ ਕਮਸਾਨ ਕਨੇਰਾ। ਤੇ ਕਹਿਣ ਲੱਗੇ ਵੀ ਉੱਥੇ ਬੜਾ ਭਾਰੀ ਜੰਗ ਜਿਹੜਾ ਹੈ ਉਹ ਕਰਨਾ ਹੈ, ਵੱਡਾ ਜੰਗ ਕਰਕੇ ਦੁਸ਼ਮਣ ਨੂੰ ਵਿਖਾਉਣਾ ਕਰੋ। ਸੰਗੋ ਸ਼ਾਹ ਹੁਕਮ ਗੁਰ ਸੁਨ ਕੇ। ਜਦੋਂ ਭਾਈ ਸੰਗੋ ਸ਼ਾਹ ਨੇ ਸੁਣੇ ਨਾ ਬਚਨ ਮਹਾਰਾਜ ਸਾਹਿਬ ਜੀਆਂ ਦੇ, ਸਤਿਗੁਰੂ ਕਹਿ ਰਹੇ ਨੇ ਪਿੱਛੇ ਨਹੀਂ ਹਟਣਾ, ਦੁਸ਼ਮਣ ਦੇ ਨਾਲ ਵੱਧ ਵੱਧ ਕੇ ਲੜਨਾ ਹੈ। ਇਹ ਬਚਨ ਸੁਣ ਕੇ ਮਹਾਰਾਜ ਜੀਆਂ ਦੇ ਭਰਾ ਭਾਈ ਸੰਗੋ ਸ਼ਾਹ ਕਹਿਣ ਲੱਗੇ ਹਨ ਔਰ ਉਤਸ਼ਾਹ ਵਧਿਓ ਹਿਤ ਰਣ ਕੈ। ਕਹਿਣ ਲੱਗੇ ਮਹਾਰਾਜ ਮੇਰੇ ਹਿਰਦੇ ਵਿੱਚ ਤੇ ਬਹੁਤ ਜ਼ਿਆਦਾ ਚਾਅ ਵਧਿਆ ਹੋਇਆ, ਬੜੀ ਖੁਮਾਰੀ ਵਧੀ ਹੋਈ ਹੈ, ਬੜਾ ਜੋਸ਼ ਮੇਰੇ ਮਨ ਵਿੱਚ ਵਧਿਆ ਹੋਇਆ। ਮੈਂ ਤੇ ਚਾਹੁੰਦਾ ਵੀ ਕਦੋਂ ਆਪ ਜੀ ਹੁਕਮ ਕਰੋ ਕਿ ਮੈਂ ਦੁਸ਼ਮਣ ਦੇ ਦੰਦ ਖੱਟੇ ਕਰਦਿਆਂ, ਮੇਰੇ ਮਨ ਵਿੱਚ ਬੜਾ ਉਤਸ਼ਾਹ ਹੈ। ਮਹਾਰਾਜ ਕਿਆ ਅਹ
ਚੀਜ਼ ਨੇ ਸਾਡੇ ਸਾਹਮਣੇ ਜਿਹੜੇ ਸਾਡੇ ਨਾਲ ਲੜਨ ਵਾਸਤੇ ਆ ਗਏ ਹਨ। ਠਹਿਰ ਨ ਸਕ ਹੈ ਜੰਗ ਮਝਾਰੀ। ਸਤਿਗੁਰੂ ਪਾਤਸ਼ਾਹ ਜੀ ਇਹ ਪਹਾੜੀਏ ਜੰਗ ਦੇ ਵਿੱਚ ਖਲੋ ਨਹੀਂ ਪਾਉਣਗੇ ਸਾਡੇ ਅੱਗੇ, ਭਾਵੇਂ ਕਿੱਡੀ ਵੱਡੀ ਗਿਣਤੀ ਵਿੱਚ ਆ ਗਿਆ ਲੜਨ ਵਾਸਤੇ, ਕਿੰਨਾ ਵੀ ਵੱਡਾ ਅਸਲਾ ਕਿਉਂ ਨਹੀਂ ਲੈ ਕੇ ਆ ਗਿਆ ਲੜਨ ਵਾਸਤੇ, ਪਰ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਨੇ ਸਾਡੇ ਸਾਹਮਣੇ ਟਿਕਣਾ ਨਹੀਂ ਹੈ। ਇਕੱਠੇ ਬ੍ਰਿੰਦ ਭਏ ਤੋ ਕਹਾਂ। ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਦੇ ਪਏ ਭਾਈ ਸੰਗੋ ਸ਼ਾਹ, ਕਹਿਣ ਲੱਗੇ ਮਹਾਰਾਜ ਬਹੁਤੇ ਸਿਪਾਹੀ ਇਕੱਠੇ ਹੋ ਕੇ ਇਹ ਪਹਾੜੀਏ ਆ ਗਏ ਨੇ ਤੇ ਤਾਂ ਕੀ ਹੋਇਆ, ਭਾਵੇਂ ਕਿੰਨੀ ਵੀ ਗਿਣਤੀ ਹੈ, ਇਹ ਭਾਵੇਂ ਕਿੰਨੇ ਵੀ ਕਿਉਂ ਇਕੱਠੇ ਹੋ ਕੇ ਆ ਗਏ ਹਨ। ਮ੍ਰਿਗ ਸਮ ਚਲ ਹੈ ਸ਼ੇਰ ਪਿਖ ਮਹਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ ਭਾਈ ਸੰਗੋ ਸ਼ਾਹ ਜੀ, ਮਹਾਰਾਜ ਹਿਰਨ ਭਾਵੇਂ ਕਿੰਨੇ ਵੀ ਇਕੱਠੇ ਹੋ ਕੇ ਆ ਜਾਣ, ਕਦੇ ਸ਼ੇਰ ਆਪਣਾ ਰਸਤਾ ਨਹੀਂ ਬਦਲਿਆ ਕਰਦੇ, ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਜਾਣਾ ਹੁੰਦਾ ਹੈ। ਇਹ ਜਿਹੜੀ ਪਹਾੜੀਆਂ ਦੀ ਫੌਜ ਹਿਰਨਾਂ ਦੇ ਵਾਂਗ ਜਿੰਨੀ ਮਰਜ਼ੀ ਇਕੱਠੀ ਹੋ ਜਾਵੇ, ਪਰ ਸਾਡਾ ਰਾਹ ਨਹੀਂ ਬਦਲੇਗਾ, ਅਸੀਂ ਇਹਨਾਂ ਦੇ ਵਿੱਚੋਂ ਦੀ ਚੀਰ ਕੇ ਇਹਨਾਂ ਨੂੰ ਨਿਕਲ ਜਾਵਾਂਗੇ। ਐਸੇ ਉਸ ਵੇਲੇ ਬਚਨ ਕਰਦੇ ਹਨ। ਇਮ ਕਹਿ ਗਮਨਿਓ ਦਿਸ਼ ਰਣ ਖੇਤ। ਇਸ ਤਰ੍ਹਾਂ ਕਹਿ ਕੇ ਭਾਈ ਸੰਗੋ ਸ਼ਾਹ ਮਹਾਰਾਜ ਤੋਂ ਲੈ ਕੇ ਆ ਗਿਆ ਤੇ ਕਹਿਣ ਲੱਗੇ ਜੰਗ ਦੇ ਮੈਦਾਨ ਨੂੰ। ਉਸ ਵੇਲੇ ਪੌਂਟਾ ਸਾਹਿਬ ਦੀ ਧਰਤੀ, ਜਿੱਥੇ ਗੁਰੂ ਗਰੀਬ ਨਵਾਜ਼ ਜੀਆਂ ਦਾ ਬਣਿਆ ਹੋਇਆ ਨਾ ਦਰਬਾਰ, ਅੱਜ ਆਪਾਂ ਦਰਸ਼ਨ ਕਰਦੇ, ਉੱਥੋਂ ਭਾਈ ਸੰਗੋ ਸ਼ਾਹ ਜੀ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਇਹ ਭੰਗਾਣੀ ਦੇ ਵੱਲ ਨੂੰ ਮਹਾਰਾਜ ਦੇ ਸੂਰਮੇ ਚੱਲੇ ਹਨ। ਜਹ ਭੰਗਾਣੀ ਕੀਨ ਸੰਕੇਤ। ਜਿੱਥੇ ਮਹਾਰਾਜ ਨੇ ਸੰਕੇਤ ਦਿੱਤਾ ਸੀ ਨਾ, ਇਸ਼ਾਰਾ ਦਿੱਤਾ ਸੀ ਵੀ ਅਗਲੇ ਬੰਨੇ ਭੰਗਾਣੀ ਦਾ ਇੱਕ ਇਲਾਕਾ, ਪੱਧਰਾ ਮੈਦਾਨੀ ਇਲਾਕਾ, ਉੱਥੇ ਥੰਮ ਗੱਡਿਆ ਹੋਇਆ ਜੰਗ ਦਾ, ਜਿੱਧਰ ਨੂੰ ਮਹਾਰਾਜ ਨੇ ਇਸ਼ਾਰਾ ਦਿੱਤਾ ਸੀ, ਇਸ਼ਾਰਾ ਲੈ ਕੇ ਭਾਈ ਸੰਗੋ ਸ਼ਾਹ ਜੀ ਉਧਰ ਨੂੰ ਚੱਲ ਪਏ ਹਨ। ਕਿਤਕ ਚਮੂ ਤਿਨ ਕੇ ਸੰਗ ਚੜੀ। ਕਿਤਕ ਚਮੂ ਤਿਨ ਕੇ ਸੰਗ ਚੜੀ। ਕੁਝ ਕੁ ਫੌਜ ਭਾਈ ਸੰਗੋ ਸ਼ਾਹ ਜੀ ਨਾਲ ਲੈ ਕੇ ਮਹਾਰਾਜ ਦੇ ਹੁਕਮ ਦੇ ਨਾਲ ਇਹ ਅੱਗੇ ਚੱਲ ਕੇ ਉੱਥੇ ਪਹੁੰਚੇ ਹਨ। ਲਰਵੇ ਹੇਤ ਚੌਂਪ ਚਿਤ ਬੜੀ। ਪਰ ਗੁਰਮੁਖੋ ਇਹਨਾਂ ਸਾਰਿਆਂ ਦੇ ਮਨ ਦੇ ਵਿੱਚ ਲੜਨ ਦੀ ਬੜੀ ਜ਼ਿਆਦੀ ਕਹਿ ਲਈਏ ਚਾਹ ਹੈ, ਮਨ ਦੇ ਵਿੱਚ ਬੜਾ ਉਤਸ਼ਾਹ ਹੈ ਮਨ ਦੇ ਵਿੱਚ ਜੰਗ ਨੂੰ ਲੜਨ ਦਾ। ਐਸੇ ਉਤਸ਼ਾਹ ਦੇ ਨਾਲ ਗਏ ਹਨ। ਆਂਚੋ ਭਰਾਤ ਕੁਦਾਏ ਤੁਰੰਗ। ਜਦੋਂ ਵੱਡੇ ਭਾਈ ਚੱਲੇ ਨਾ ਭਾਈ ਸੰਗੋ ਸ਼ਾਹ ਜੰਗ ਮੈਦਾਨ ਨੂੰ, ਤੇ ਉਸ ਵੇਲੇ ਬਾਕੀ ਵੀ ਜਿਹੜੇ ਨਾਲ ਦੇ ਸਨ ਭਰਾ, ਉਹਨਾਂ ਨੇ ਵੀ ਆਗਿਆ ਲਈ, ਮਹਾਰਾਜ ਸਾਨੂੰ ਵੀ ਆਗਿਆ ਦੇਵੋ, ਅਸੀਂ ਆਪਣੇ ਭਰਾ ਦੇ ਨਾਲ ਮਿਲ ਕੇ ਅੱਗੇ ਜੰਗ ਕਰ ਸਕੀਏ। ਦੂਜੇ ਭਰਾਤਾ ਵੀ ਆਗਿਆ ਲੈ ਕੇ ਉਸ ਵੇਲੇ ਚੱਲੇ ਹਨ। ਚਲੇ ਚਲਾਵਤ ਬ੍ਰਿੰਦ ਤੁਫੰਗ। ਇਸ ਤਰ੍ਹਾਂ ਬਹੁਤ ਜ਼ਿਆਦੀਆਂ ਬੰਦੂਕਾਂ ਵਿੱਚੋਂ ਗੋਲੀਆਂ ਚਲਾਉਂਦੇ ਹੋਏ ਚੱਲ ਪਏ ਹਨ। ਰੋਕਿਓ ਜਾਏ ਭੰਗਾਣੀ ਆਗਾ। ਇਧਰੋਂ ਗੁਰਮੁਖੋ ਪਹਾੜੀ ਰਾਜੇ ਫੌਜ ਲੈ ਕੇ ਅੱਗੇ ਨੂੰ ਵੱਧਦੇ ਆਉਂਦੇ, ਇਧਰੋਂ ਮਹਾਰਾਜ ਦੇ ਭਰਾ ਭਾਈ ਸੰਗੋ ਸ਼ਾਹ ਫੌਜ ਲੈ ਕੇ ਮੈਦਾਨ ਵਿੱਚ ਪਹੁੰਚ ਗਏ। ਵੱਧਦੀ ਹੋਈ ਪਹਾੜੀਆਂ ਦੀ ਫੌਜ ਨੂੰ ਇਹਨਾਂ ਸੂਰਮਿਆਂ ਨੇ ਜਾ ਕੇ ਅੱਗੋਂ ਰੋਕ ਲਿਆ ਹੈ। ਦੋਇ ਦਿਸ਼ ਭੇਰ ਪਰਨ ਤਬ ਲਾਗਾ। ਇਹ ਦੋਵਾਂ ਪਾਸਿਆਂ ਤੋਂ ਗੁਰਮੁਖੋ ਬਹੁਤ ਜ਼ਿਆਦਾ ਭੇੜ ਪੈ ਗਿਆ। ਆਪਸ ਵਿੱਚ ਸੂਰਮਿਆਂ ਦਾ ਇੱਕ ਦੂਜੇ ਦੇ ਨਾਲ ਗੁੱਥਮ ਗੁੱਥਾ ਹੋਣ ਲੱਗੇ। ਇੱਕ ਦੂਜੇ ਦੇ ਸਾਹਮਣੇ ਤੀਰ ਤਲਵਾਰ ਅਤੇ ਇਸੇ ਤਰ੍ਹਾਂ ਬੰਦੂਕਾਂ ਵਿੱਚੋਂ ਗੋਲੀਆਂ ਚੱਲਣ ਲੱਗੀਆਂ ਹਨ। ਦੋਹਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਣ ਸਮਾਜ ਕਰ ਤਿਆਰ। ਇਧਰੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੰਗ ਦਾ ਮੈਦਾਨ ਲੜਨ ਵਾਸਤੇ, ਜੰਗ ਲੜਨ ਵਾਸਤੇ ਸਾਰਾ ਸਮਾਨ ਮਹਾਰਾਜ ਜੀ ਤਿਆਰ ਕਰਕੇ ਬੈਠੇ ਹਨ। ਭਏ ਅਰੋਹਨ ਬਾਜ ਪਰ ਪ੍ਰਥਮ ਬੰਦਨਾ ਧਾਰ। ਸਾਰਿਆਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਫਿਰ ਧੰਨ ਕਲਗੀਧਰ ਮਹਾਰਾਜ ਸਾਹਿਬ ਜੀ ਆਪਣੇ ਘੋੜੇ ਦੇ ਉੱਪਰ ਸਵਾਰ ਹੋ ਕੇ ਆਪਣੀ ਫੌਜ ਲੈ ਕੇ ਆਪਣੀ ਜ਼ਿੰਦਗੀ ਦਾ ਗੁਰਮੁਖੋ ਇਸ ਸਰੂਪ ਦੇ ਵਿੱਚ, ਜਿਹੜਾ ਅੱਜ ਉਹਨਾਂ ਦਾ ਸਰੂਪ ਹੈ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲਾ, ਇਸ ਸਰੂਪ ਦੇ ਵਿੱਚ ਉਹ ਪਹਿਲਾ ਜੰਗ ਲੜਨ ਲੱਗੇ ਨੇ। ਜੰਗ ਤੇ ਵੈਸੇ ਉਹਨਾਂ ਨੇ ਕਈ ਕੀਤੇ, ਕਈਆਂ ਦਾ ਨਾਸ਼ ਕੀਤਾ, ਪਰ ਇਸ 10ਵੇਂ ਜਾਮੇ ਦੇ ਵਿੱਚ ਇਹ ਪਹਿਲਾ ਜੰਗ ਹੈ ਮਹਾਰਾਜ ਜੀਆਂ ਦਾ। ਭੰਗਾਣੀ ਦੀ ਧਰਤੀ ਤੇ ਲੜਨ ਵਾਸਤੇ ਮਹਾਰਾਜ ਚੱਲੇ ਹਨ। ਜੰਗ ਪ੍ਰਿਆਤ ਛੰਦ ਚਲੇ ਜੰਗ ਸੋ ਹੈ ਭਗਉਤੀ ਮਨਾਈ। ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਜੰਗ ਵੱਲ ਨੂੰ ਜਾ ਰਹੇ, ਬੜੀ ਸ਼ੋਭਾ ਪਾਉਂਦੇ ਨੇ ਅਕਾਲ ਪੁਰਖ ਨੂੰ ਮਨਾ ਕੇ। ਸੰਜੋਰੰ ਦਬੋਚਨ ਧੌਂਸੇ ਲਗਾਈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸੂਰਮਿਆਂ ਨੂੰ ਹੁਕਮ ਕੀਤਾ, ਕਹਿਣ ਲੱਗੇ ਵੀ ਭਾਈ ਨਗਾਰਿਆਂ ਦੇ ਉੱਪਰ ਨਾ ਦੋਹਰੀਆਂ ਚੋਬਾਂ ਲਾ ਕੇ ਨਗਾਰੇ ਵਜਾ ਦਿਓ, ਜੰਗ ਦਾ ਐਲਾਨ ਕਰ ਦਿਓ, ਜੰਗ ਦਾ ਬਿਗਲ ਵਜਾ ਦਿਓ, ਹੁਣ ਸਾਡੇ ਵੱਲੋਂ ਜੰਗ ਦੀ ਤਿਆਰੀ ਹੈ। ਉਠੀ ਬੰਬ ਉੱਚੀ ਗਣਨ ਸੈਲ ਗਾਜੇ। ਇਸ ਤਰ੍ਹਾਂ ਕਹਿਣ ਲੱਗੇ, ਜਦੋਂ ਨਗਾਰਿਆਂ ਦੇ ਉੱਪਰ ਦੋਹਰੀਆਂ ਚੋਬਾਂ ਲਾ ਕੇ ਵਜਾਇਆ ਗਿਆ, ਬੜਾ ਭਾਰੀ ਸ਼ਬਦ ਆਵਾਜ਼ ਜਿਹੜਾ ਹੈ ਨਗਾਰੇ ਵਿੱਚੋਂ ਨਿਕਲਿਆ। ਦੂਰ ਦੂਰ ਤੱਕ ਮਹਾਰਾਜ ਜੀਆਂ ਦਾ
ਇਹ ਜਿਹੜਾ ਰਣਜੀਤ ਨਗਾਰਾ ਵੱਜਦਾ ਦਿਖਾਈ ਦਿੰਦਾ ਹੈ। ਮਹਾਂਵੀਰ ਬੰਕੇ ਸਭੈ ਸ਼ਸਤਰ ਸਾਜੇ। ਮਹਾਰਾਜ ਜੀਆਂ ਦੇ ਸੂਰਮੇ ਬੜੇ ਬਲ ਵਾਲੇ ਸਾਰੇ ਸ਼ਸਤਰਾਂ ਦੇ ਨਾਲ ਸਜੇ ਹੋਏ ਹਨ। ਹਿਰਦੈ ਉਤਸਾਹੰ ਤੁਰੰਗੀ ਆਰੋਹੇ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਮਨ ਦੇ ਵਿੱਚ ਬੜਾ ਉਤਸ਼ਾਹ ਹੈ। ਇਹ ਸੂਰਮੇ ਆਪੋ ਆਪਣੇ ਘੋੜਿਆਂ ਦੇ ਉੱਪਰ ਸਵਾਰ ਹਨ। ਗੁਰੂ ਸੰਗ ਚਾਲੇ ਮਹਾਜੰਗ ਸੋਹੇ। ਤੇ ਮਹਾਰਾਜ ਜੀਆਂ ਦੇ ਨਾਲ ਮਹਾਰਾਜ ਦੇ ਸੂਰਮੇ ਨਾਲ ਨਾਲ ਜਾ ਰਹੇ। ਅੱਗੇ ਅੱਗੇ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਦਾ ਘੋੜਾ ਜਿਹੜਾ ਜੰਗ ਮੈਦਾਨ ਨੂੰ ਨੱਚਦਾ ਜਾਂਦਾ ਹੈ। ਨਾਲ ਨਾਲ ਮਹਾਰਾਜ ਦੀ ਫੌਜ ਦੇ ਸੂਰਮੇ ਉਹ ਵੀ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਭੰਗਾਣੀ ਦੇ ਵੱਲ ਨੂੰ ਮਹਾਰਾਜ ਜਾ ਰਹੇ ਹਨ। ਉਠੀ ਧੂਰ ਪੂਰੰ ਨਭੰ ਸ਼ਾਇਲੀਨਾ। ਤੇ ਕਹਿਣ ਲੱਗੇ ਘੋੜਿਆਂ ਦੀਆਂ ਪੌੜਾਂ ਦੇ ਨਾਲ ਬਹੁਤ ਜ਼ਿਆਦਾ ਮਿੱਟੀ ਉੱਡੀ ਹੈ। ਇੰਨੀ ਮਿੱਟੀ ਉੱਡੀ ਹੈ ਮੰਨ ਲਓ ਵੀ ਆਕਾਸ਼ ਦੇ ਵਿੱਚ ਵੀ ਹੁਣ ਕੁਝ ਦਿਖਾਈ ਨਹੀਂ ਦਿੰਦਾ। ਇੰਨਾ ਘੱਟਾ ਘੋੜਿਆਂ ਦੇ ਪੌੜਾਂ ਦੇ ਨਾਲ ਉਸ ਵੇਲੇ ਉੱਡਿਆ। ਜਦੋਂ ਘੋੜੇ ਦੌੜ ਕੇ ਸੂਰਮਿਆਂ ਨੇ ਭਜਾਏ ਨਾ ਮੈਦਾਨ ਵੱਲ ਨੂੰ ਤੇ ਕਹਿਣ ਲੱਗੇ ਘੋੜਿਆਂ ਦੀਆਂ ਖੁਰੀਆਂ ਦੇ ਨਾਲ ਬੜੀ ਮਿੱਟੀ ਉੱਡਦੀ ਹੈ। ਉਸ ਮਿੱਟੀ ਨੇ ਮੰਨ ਲਓ ਆਕਾਸ਼ ਨੂੰ ਢੱਕ ਲਿਆ ਹੋਵੇ। ਸੋ ਐਸੀ ਇਹਨਾਂ ਨੇ ਧੂੜ ਉਸ ਵੇਲੇ ਉਡਾਈ ਹੈ। ਪ੍ਰਕਾਸ਼ੰ ਨਾ ਦਿਸੈ ਰਵੰ ਢਾਂਪ ਲੀਨਾ। ਇਸ ਵੇਲੇ ਗੁਰਮੁਖੋ ਸੂਰਜ ਦਾ ਪ੍ਰਕਾਸ਼ ਥੱਲੇ ਧਰਤੀ ਤੇ ਨਹੀਂ ਆ ਰਿਹਾ। ਇੰਨੀ ਮਿੱਟੀ ਉੱਡੀ ਹੈ ਕਿ ਇਸ ਘਟੇ ਨੇ ਸੂਰਜ ਦਾ ਪ੍ਰਕਾਸ਼ ਵੀ ਆਪਣੇ ਸਾਹਮਣੇ ਰੋਕ ਲਿਆ। ਇਸ ਵੇਲੇ ਸੂਰਜ ਦੀ ਰੋਸ਼ਨੀ ਵੀ ਧਰਤੀ ਤੇ ਪੈਣੀ ਮੁਸ਼ਕਲ ਹੈ। ਬਦੇ ਚੁੰਗ ਚੌਂਪੇ ਚਲਾਕੀ ਦਿਖਾਵੇ। ਇਸ ਤਰ੍ਹਾਂ ਸੂਰਮੇ ਜਿਹੜੇ ਨੇ ਉਹ ਬੰਨ ਕੇ ਚੁੰਗ ਤੋਂ ਭਾਵ ਗੁਰਮੁਖੋ ਟੋਲੀਆਂ ਬੰਨ ਕੇ ਜਥੇ ਬਣਾ ਕੇ 5 10 15 ਸੂਰਮਿਆਂ ਦੇ ਜਥੇ ਬਣਾ ਕੇ ਕੋਈ ਸੱਜੇ ਪਾਸਿਓਂ ਕੋਈ ਖੱਬੇ ਪਾਸਿਓਂ ਕੋਈ ਸਾਹਮਣਿਓਂ। ਸੋ ਇਸ ਤਰ੍ਹਾਂ ਵੱਖ-ਵੱਖ ਤਰੀਕੇ ਦੇ ਨਾਲ ਇਹਨਾਂ ਨੇ ਦੁਸ਼ਮਣ ਦੇ ਉੱਪਰ ਲੜਨ ਵਾਸਤੇ ਪਹੁੰਚਣਾ ਕੀਤਾ ਹੈ। ਚਲੇ ਗੋਲ ਆਗੇ ਕੇ ਕਾਨੰ ਕੁਦਾਵੇਂ। ਆਪਣੇ ਘੋੜਿਆਂ ਨੂੰ ਭਜਾਉਂਦੇ ਹੋਏ ਘੋੜਿਆਂ ਨੂੰ ਦੜਾਉਂਦੇ ਹੋਏ ਇਹ ਸੂਰਮੇ ਸਵਾਰ ਹੋ ਕੇ ਜੰਗ ਵਾਲੇ ਮੈਦਾਨ ਨੂੰ ਦੌੜੇ ਜਾ ਰਹੇ ਹਨ। ਬਕੈ ਵੀਰ ਉੱਚੇ ਸੁਮਾਰਾ ਬਕਾਰ। ਸੋ ਕਹਿਣ ਲੱਗੇ ਸੂਰਮੇ ਉੱਚੀ ਆਵਾਜ਼ ਦੇ ਵਿੱਚ ਲਲਕਾਰਾ ਮਾਰਦੇ। ਜਦੋਂ ਜੰਗ ਪੈ ਜਾਂਦਾ ਹੈ ਨਾ ਫਿਰ ਇੱਕ ਦੂਜੇ ਨੂੰ ਵੰਗਾਰਿਆ ਜਾਂਦਾ ਲਲਕਾਰਿਆ ਜਾਂਦਾ ਹੈ। ਇੱਕ ਦੂਜੇ ਨੂੰ ਹੌਸਲਾ ਤੇ ਉਤਸ਼ਾਹ ਦਿੱਤਾ ਜਾਂਦਾ ਹੈ। ਕੋਈ ਆਪਣਾ ਸਿਪਾਹੀ ਮਰਦਾ ਕੋਈ ਢਹਿੰਦਾ ਪਿਆ ਉਹਦੀ ਮਦਦ ਵਾਸਤੇ ਜਾਣਾ ਪੈਂਦਾ ਹੈ। ਉਹਨੂੰ ਬਚਾਉਣਾ ਵੀ ਪੈਂਦਾ ਹੈ। ਇਸ ਤਰ੍ਹਾਂ ਇੱਕ ਦੂਜੇ ਨੂੰ ਬਚਾਉਂਦੇ ਵੀ ਨੇ ਇੱਕ ਦੂਜੇ ਨੂੰ ਲਲਕਾਰਦੇ ਨੇ ਇੱਕ ਦੂਜੇ ਨੂੰ ਹੌਸਲਾ ਵੀ ਦਿੰਦੇ। ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਪਹੁੰਚੇ ਹਨ। ਪ੍ਰਭੂ ਕੋ ਸੁਨਾਵੇ ਪਹਾੜੀ ਸੰਘਾਰਾ। ਸਤਿਗੁਰਾਂ ਨੂੰ ਉੱਚੀ ਉੱਚੀ ਸੁਣਾਉਂਦੇ ਮਹਾਰਾਜ ਸਾਨੂੰ ਬਲ ਬਖਸ਼ਿਸ਼ ਕਰੋ। ਇਹ ਜਿਹੜੀ ਪਹਾੜੀਆਂ ਦੀ ਫੌਜ ਆਈ ਹੈ ਇਹ ਸਾਰੀ ਨੂੰ ਅਸੀਂ ਮਾਰ ਕੇ ਨਾਸ ਕਰ ਦਈਏ। ਇਸ ਤਰ੍ਹਾਂ ਉੱਚੀ ਉੱਚੀ ਆਵਾਜ਼ ਵਿੱਚ ਆਖਦੇ ਹਨ। ਬੜੇ ਬੇਗ ਸੋ ਵਾਯੂ ਜੈਸੇ ਬਹੰਤੀ। ਕਹਿਣ ਲੱਗੇ ਜਿਸ ਤਰ੍ਹਾਂ ਹਨੇਰੀ ਚੱਲਦੀ ਹੋਵੇ ਨਾ ਗੁਰਮੁਖੋ ਤੇ ਹਨੇਰੀ ਦੇ ਸਾਹਮਣੇ ਘਟਾ ਮਿੱਟੀ ਤੇ ਕੱਖ ਕਾਨਾ ਬਹੁਤ ਉੱਡਦਾ ਹੈ। ਜਿਸ ਤਰ੍ਹਾਂ ਬੜਾ ਵੱਡਾ ਹਨੇਰੀ ਦਾ ਪ੍ਰਵਾਹ ਚੱਲਦਾ ਹੈ ਬਹੁਤੀ ਹਨੇਰੀ ਜਿਵੇਂ ਚੱਲਦੀ ਹੈ। ਤਥਾ ਸੈਨ ਸਾਰੀ ਸੋ ਸ਼ੀਘਰੰ ਇਸ ਚਲੰਤੀ। ਤਰ੍ਹਾਂ ਮਹਾਰਾਜ ਜੀਆਂ ਦੀ ਫੌਜ ਹਨੇਰੀ ਦੇ ਵਾਂਗ ਦੌੜੀ ਜਾ ਰਹੀ ਹੈ। ਟੋਲਾ ਬਣਾ ਕੇ ਜਥਾ ਬਣਾ ਕੇ ਜਿਵੇਂ ਹਨੇਰੀ ਬੜੀ ਬੇਗ ਨਾਲ ਚੱਲਦੀ ਹੈ ਬੜੀ ਰਫ਼ਤਾਰ ਦੇ ਨਾਲ ਚੱਲਦੀ ਹੈ। ਮਹਾਰਾਜ ਦੇ ਸੂਰਮੇ ਇਸੇ ਤਰ੍ਹਾਂ ਜੰਗ ਦੇ ਮੈਦਾਨ ਨੂੰ ਬੜੀ ਭੱਜ ਦੇ ਨਾਲ ਬੜੇ ਦੌੜਦੇ ਹੋਏ ਮੈਦਾਨ ਵੱਲ ਨੂੰ ਜਾ ਰਹੇ ਜਥਾ ਮੇਘ ਉਠੇ ਹੜੰ ਨੀਰ ਚਾਲੇ। ਜਾਂ ਇਸ ਤਰ੍ਹਾਂ ਕਹਿ ਲਈਏ ਬਹੁਤੇ ਮੀਂਹ ਪੈ ਜਾਣਾ ਪਹਾੜਾਂ ਦੇ ਵਿੱਚ ਤੇ ਬਹੁਤੇ ਮੀਂਹਾਂ ਦਾ ਪਾਣੀ ਜਦੋਂ ਇਕੱਠਾ ਹੋ ਕੇ ਨਦੀਆਂ ਵਿੱਚ ਆਉਂਦਾ ਨਦੀਆਂ ਫਿਰ ਆਪਣੇ ਕਿਨਾਰਿਆਂ ਵਿੱਚ ਸਮਾਉਂਦੀਆਂ ਨੇ। ਆਪਣੇ ਕਿਨਾਰਿਆਂ ਨੂੰ ਤੋੜ ਕੇ ਫਿਰ ਹੜ੍ਹ ਦਾ ਰੂਪ ਲੈ ਲੈਂਦੀਆਂ। ਤੇ ਗੁਰਮੁਖੋ ਜਦੋਂ ਹੜ੍ਹ ਦਾ ਪਾਣੀ ਆਉਂਦਾ ਹੈ ਨਾ ਉਹ ਫਿਰ ਸਭ ਕੁਝ ਰੋੜ ਕੇ ਲੈ ਜਾਂਦਾ ਹੈ। ਮਹਾਰਾਜ ਦੀ ਫੌਜ ਜਿਹੜੀ ਹੈ ਨਾ ਗੁਰਮੁਖੋ ਅੱਜ ਹੜ੍ਹ ਦੇ ਪਾਣੀ ਵਾਂਗ ਹੈ। ਇੰਨਾ ਇਹਨਾਂ ਦਾ ਇਕੱਠ ਇੰਨਾ ਜ਼ਿਆਦਾ ਉਤਸ਼ਾਹ ਔਰ ਇੰਨੀ ਜ਼ਿਆਦਾ ਰਫ਼ਤਾਰ ਹੈ ਮੰਨ ਲਓ ਵੀ ਹੜ੍ਹ ਦੇ ਪਾਣੀ ਨੂੰ ਵੀ ਪਿੱਛੇ ਸੁੱਟਦੇ ਹੋਣ। ਐਸੀ ਨਿਰਭੈਤਾ ਦੇ ਨਾਲ ਇਹ ਫੌਜ ਜੰਗ ਮੈਦਾਨ ਨੂੰ ਵੱਧਦੀ ਪਈ ਹੈ। ਭਰਾ ਬਾਂਧ ਤੈਸੇ ਚਮੂ ਬੇਗ ਨਾਲੇ। ਇਸ ਤਰ੍ਹਾਂ ਮਹਾਰਾਜ ਜੀਆਂ ਦੀ ਫੌਜ ਜਿਹੜੀ ਹੈ ਬੰਨ ਕੇ ਕਮਰ ਕੱਸੇ ਕਰਕੇ ਅਤੇ ਆਪਣੀ ਤਿਆਰੀ ਦੇ ਨਾਲ ਜਾ ਰਹੇ ਹਨ। ਭਏ ਸੋਨ ਆਛੇ ਵਿਜੈ ਦੇਨ ਵਾਚੇ। ਸੋ ਕਹਿਣ ਲੱਗੇ ਇਸੇ ਤਰ੍ਹਾਂ ਬੜੇ ਜਿਹੜੇ ਸ਼ਰੌਣ ਹੋ ਰਹੇ ਨੇ ਸ਼ਗਨ ਹੋ ਰਹੇ ਨੇ ਸ਼ਗਨ ਵੀ ਐਸੇ ਹੋ ਰਿਹਾ ਮੰਨ ਲਓ ਵੀ ਜੰਗ ਦੇ ਵਿੱਚੋਂ ਜਿੱਤ ਦਾ ਇਹ ਸੰਕੇਤ ਦਿੰਦੇ ਹੋਣ। ਬਹੀ ਪੌਨ ਪਿਛੇ ਹਿਰਦੇ ਮੋਦ ਧਾਰੇ। ਪਿੱਛੋਂ ਦੀ ਇਹ ਹਵਾ ਚੱਲਦੀ ਹੈ ਗੁਰਮੁਖੋ ਪਹਿਲਾਂ ਵੀ ਇਹ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਦੋਂ ਕਵੀ ਲੋਕ ਕਵਿਤਾ ਲਿਖਦੇ ਨਾ ਕਵਿਤਾ ਦਾ ਸ਼ਿੰਗਾਰ ਬਣਾਉਂਦੇ ਕਵਿਤਾ ਦਾ ਰਸ ਬਣਾਉਂਦੇ ਸੁਣਨ ਵਾਲੇ ਨੂੰ ਆਨੰਦ ਆਵੇ ਔਰ ਇਹਦੇ ਸਾਰੇ ਸ਼ਿੰਗਾਰ ਪੂਰੇ ਕੀਤੇ ਜਾਣ। ਹੁਣ ਇਹ ਜਿਹੜੀ ਕਥਾ ਹੈ ਨਾ ਗੁਰਮੁਖੋ ਜੰਗ ਦੀ ਚੱਲਦੀ ਪਈ ਹੈ। ਜੰਗ ਦੇ ਵਿੱਚ ਜੰਗ ਦਾ ਸ਼ਿੰਗਾਰ ਕੀ ਹੈ
ਕਿ ਬੰਦੂਕਾਂ ਕਿਵੇਂ ਚੱਲੀਆਂ, ਘੋੜੇ ਕਿਵੇਂ ਭੱਜੇ, ਤੀਰ ਕਿਵੇਂ ਚੱਲੇ, ਤਲਵਾਰਾਂ ਕਿਵੇਂ ਚੱਲੀਆਂ, ਸੂਰਮੇ ਡਿੱਗਦੇ ਕਿਵੇਂ ਨੇ, ਫਟੜ ਕਿਵੇਂ ਹੁੰਦੇ। ਇਹ ਸਾਰੀਆਂ ਗੱਲਾਂ ਜੰਗ ਦਾ ਸ਼ਿੰਗਾਰ ਹੁੰਦੀਆਂ ਨੇ। ਜੇ ਇਹ ਕਵੀ ਲੋਕ ਇਹ ਗੱਲਾਂ ਲਿਖਣ ਹੀ ਨਾ, ਵੀ ਤੀਰ ਕਿਵੇਂ ਚੱਲਿਆ ਜਾਂ ਬੰਦੂਕ ਕਿਵੇਂ ਚੱਲੀ, ਘੋੜਾ ਕਿਵੇਂ ਭੱਜਿਆ, ਤੇ ਫਿਰ ਜੰਗ ਦੀ ਕਥਾ ਕੀ ਸੁਣਾਓਗੇ? ਜੰਗ ਦੀ ਕਥਾ ਤੇ ਫਿਰ ਰਹਿ ਹੀ ਕੁਝ ਨਾ ਗਈ ਨਾ। ਜੰਗ ਦੀ ਕਥਾ ਨੂੰ ਰਚਨਾਉਣ ਵਾਸਤੇ, ਸੋਹਣਾ ਬਣਾਉਣ ਵਾਸਤੇ ਇਹ ਗੱਲਾਂ ਲਿਖੀਆਂ ਜਾਂਦੀਆਂ ਵੀ ਘੋੜੇ ਇਸ ਤਰ੍ਹਾਂ ਦੌੜੇ ਸਨ, ਤੀਰ ਇਸ ਤਰ੍ਹਾਂ ਚੱਲੇ ਸਨ, ਬੰਦੂਕਾਂ ਇਸ ਤਰ੍ਹਾਂ ਚੱਲੀਆਂ, ਤਾਂ ਕਿ ਜੰਗ ਦੀ ਕਥਾ ਸੁਣ ਕੇ ਸਾਨੂੰ ਆਨੰਦ ਆ ਜਾਵੇ ਔਰ ਸਾਡੀਆਂ ਅੱਖਾਂ ਦੇ ਸਾਹਮਣੇ ਪੂਰੀ ਪੂਰੀ ਤਸਵੀਰ ਬਣ ਜਾਵੇ ਵੀ ਵਾਕਿਆ ਹੀ ਇਸੇ ਤਰ੍ਹਾਂ ਹੁੰਦਾ ਪਿਆ। ਸਾਡੀ ਜਿਹੜੀ ਸੋਚ ਹੈ, ਬਿਰਤੀ ਜਿਹੜੀ ਹੈ, ਇਹ ਵਾਕਿਆ ਹੀ ਜੰਗ ਦੇ ਮੈਦਾਨ ਵਿੱਚ ਪਹੁੰਚ ਜਾਵੇ। ਮਹਾਰਾਜ ਭੰਗਾਣੀ ਦੇ ਜੰਗ ਵਿੱਚ ਲੜਦੇ ਪਏ। ਉਹਦੇ ਨਾਲ ਨਾਲ ਕਵੀ ਲੋਕ ਜਿਹੜੇ ਨੇ ਕੁਝ ਸ਼ਗਨ ਤੇ ਅਪਸ਼ਗਨ ਵੀ ਲਿਖਦੇ ਨੇ। ਮਹਾਰਾਜ ਜੀਆਂ ਦਾ ਬਚਨ ਹੈ, ਸ਼ਗਨ ਅਪਸ਼ਗਨ ਤਿਸ ਕੋ ਲਗੇ ਜਿਸ ਚੀਤ ਨਾ ਆਵੇ। ਜਿਹਨੂੰ ਰੱਬ ਦਾ ਨਾਮ ਚੇਤੇ ਨਹੀਂ, ਉਹਨੂੰ ਭਾਵੇਂ ਸ਼ਗਨ ਅਪਸ਼ਗਨ ਲੱਗ ਜਾਣ, ਪਰ ਰੱਬ ਦਾ ਨਾਮ ਜਪਣ ਵਾਲੇ ਦੇ ਨੇੜੇ ਸ਼ਗਨ ਅਪਸ਼ਗਨ ਕੋਈ ਨਹੀਂ ਆਉਂਦੇ। ਸੋ ਇੱਥੇ ਕਵੀ ਨੇ ਕਵਿਤਾ ਦਾ ਸਵਾਦ ਬਣਾਉਣ ਵਾਸਤੇ, ਇਹ ਕਥਾ ਸੁਣ ਕੇ ਥੋੜ੍ਹਾ ਆਨੰਦ ਬਣੇ, ਕੁਝ ਚੰਗੀਆਂ ਗੱਲਾਂ ਲਿਖ ਕੇ ਤੇ ਉਹਨਾਂ ਨੂੰ ਕਹਿ ਦਿੱਤਾ ਵੀ ਇਹ ਸ਼ਗਨ ਹੋਏ, ਚੰਗੇ ਸ਼ਗਨ ਹੋਏ। ਪਰ ਆਪਾਂ ਇਹਨਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਹੈ। ਇਹਨਾਂ ਸ਼ਗਨਾਂ ਅਪਸ਼ਗਨਾਂ ਤੋਂ ਗੁਰੂ ਕਾ ਖਾਲਸਾ ਉੱਪਰ ਹੈ। ਪਰ ਇੱਥੇ ਕਥਾ ਦਾ ਥੋੜ੍ਹਾ ਆਨੰਦ ਬਣਾਉਂਦੇ ਪਏ। ਕਹਿਣ ਲੱਗੇ ਜਦੋਂ ਮਹਾਰਾਜ ਦੀ ਫੌਜ ਚੜ੍ਹ ਕੇ ਚੱਲੀ ਨਾ ਦੁਸ਼ਮਣ ਦੇ ਵੱਲ ਨੂੰ, ਤੇ ਫੌਜ ਦੇ ਮਗਰ ਹਨੇਰੀ ਚੱਲਦੀ ਹੈ, ਪਿੱਠ ਪਿੱਛੋਂ ਹਵਾ ਲੱਗਦੀ ਪਈ ਹੈ, ਜਿਹੜੀ ਕਿ ਹਵਾ ਆਪ ਧੱਕ ਕੇ ਲੈ ਕੇ ਜਾ ਰਹੀ ਹੈ ਜੰਗ ਮੈਦਾਨ ਨੂੰ। ਇਹ ਸ਼ੁਭ ਜਿਹੜਾ ਸਗਨ ਸਮਝਿਆ ਜਾਂਦਾ ਹੈ ਕਿ ਜਦੋਂ ਕੋਈ ਸ਼ੁਭ ਕਾਰਜ ਵਾਸਤੇ ਜਾ ਰਿਹਾ, ਹਵਾ ਪਾਉਣ ਪਿੱਛੋਂ ਦੀ ਚੱਲੇ, ਉਸ ਨੂੰ ਸ਼ੁਭ ਮੰਨਿਆ ਜਾਂਦਾ ਵੀ ਇਸ ਕਾਰਜ ਵਿੱਚ ਸਫਲਤਾ ਹੋਵੇਗੀ। ਇਹ ਕੁਦਰਤੀ ਤੌਰ 'ਤੇ ਪਾਉਣ ਚੱਲੀ ਹੈ ਮੇਰੀ ਪਿੱਠ ਨੂੰ ਥੱਪ ਤਪਾਉਣ ਵਾਸਤੇ। ਪਰ ਗੁਰਮੁਖੋ ਇਹ ਬਚਨ ਫਿਰ ਬੇਨਤੀ ਇਹ ਹੈ ਵੀ ਕਥਾ ਦਾ ਸ਼ਿੰਗਾਰ ਰੂਪ ਨੇ, ਭਰਮਾਂ ਵਿੱਚ ਨਹੀਂ ਕਿਸੇ ਨੇ ਪੈ ਜਾਣਾ ਵੀ ਮੈਨੂੰ ਆਹ ਭਰਮ ਪੈ ਗਿਆ, ਅੱਗੋਂ ਦੀ ਹਵਾ ਚੱਲੀ ਆ ਸ਼ਗਨ ਹੋ ਗਿਆ, ਪਿੱਛੋਂ ਦੀ ਚੱਲੀ ਆ ਸ਼ਗਨ ਹੋ ਗਿਆ। ਇਹ ਕਥਾ ਦਾ ਇੱਕ ਰਸ ਹੈ, ਆਨੰਦ ਹੈ। ਉਸ ਆਨੰਦ ਨੂੰ ਇੱਥੇ ਕਵੀ ਲੋਕ ਜਿਹੜੇ ਨੇ ਉਹ ਲਿਖ ਕੇ ਵਰਣਨ ਕਰਦੇ ਹਨ। ਜਾ ਦੰਡ ਦੋਨੋਂ ਪ੍ਰਭੂ ਕੇ ਫਰੰਕੇ। ਤੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦੋਨੇ ਡੌਲੇ ਜਿਹੜੇ ਨੇ ਇਸ ਵੇਲੇ ਫੜਕਦੇ ਪਏ ਵੀਰ ਰਸ ਦੇ ਵਿੱਚ। ਸਤਿਗੁਰੂ ਜੰਗ ਵਾਸਤੇ ਬਿਲਕੁਲ ਤਿਆਰ ਹਨ। ਮਿਰਗੰ ਮਾਲ ਦਾਏ ਪਲਾਈ ਅਤੰਕੇ। ਤੇ ਕਹਿਣ ਲੱਗੇ ਜਦੋਂ ਚੱਲਦੇ ਪਏ ਨਾ, ਇੰਨੇ ਚਿਰ ਨੂੰ ਇੱਕ ਮਿਰਗਾਂ ਦੀ ਜਿਹੜੀ ਵੱਡੀ ਸਾਰੀ ਟੋਲੀ ਹੈ, ਬਹੁਤੇ ਹਿਰਨ ਜਿਹੜੇ ਨੇ ਉਹ ਭੱਜੇ ਜਾਂਦੇ ਅੱਗੇ ਤੋਂ ਦਿਖਾਈ ਦਿੰਦੇ ਪਏ। ਵਿਦਵਾਨਾਂ ਨੇ ਇਸ ਨੂੰ ਵੀ ਚੰਗਾ ਸ਼ਗਨ ਸਮਝਿਆ ਹੈ। ਕਹਿਣ ਲੱਗੇ ਵੀ ਇਹ ਵੀ ਇੱਕ ਚੰਗਾ ਸ਼ਗਨ ਹੁੰਦਾ ਪਿਆ ਹੈ। ਇਸੀ ਰੀਤ ਚਾਲੇ ਪਹੁੰਚੇ ਪੰਘਾਣੀ। ਇਸ ਤਰ੍ਹਾਂ ਮਹਾਰਾਜ ਚਲਦਿਆਂ ਚਲਦਿਆਂ ਗੁਰਮੁਖੋ ਭੰਗਾਣੀ ਸਾਹਿਬ ਜਿੱਥੇ ਜੰਗ ਹੋਣਾ ਉੱਥੇ ਪਹੁੰਚ ਗਏ ਹਨ। ਦਇਆ ਰਾਮ ਦੇਖੀ ਗੁਰੂ ਸੋ ਵਖਾਣੀ। ਉਸ ਵੇਲੇ ਭਾਈ ਦਇਆ ਰਾਮ ਮਹਾਰਾਜ ਜੀਆਂ ਦਾ ਪ੍ਰੋਹਤ ਹੈ ਗੁਰਮੁਖੋ। ਇਹ ਬ੍ਰਾਹਮਣ ਹੈ, ਭਾਈ ਦਇਆ ਰਾਮ ਇਹਨਾਂ ਦਾ ਨਾਮ ਹੈ। ਇਹ ਵੀ ਮਹਾਰਾਜ ਦੇ ਜੰਗੀ ਸੂਰਮੇ ਔਰ ਪ੍ਰੋਹਤ ਦਾ ਕੰਮ ਕਰਦੇ ਗੁਰੂ ਘਰ ਦੇ ਵਿੱਚ। ਇਹਨਾਂ ਨੇ ਜੰਗ ਮੈਦਾਨ ਵੇਖ ਕੇ ਉਸ ਵੇਲੇ ਸਤਿਗੁਰੂ ਜੀ ਨੂੰ ਆਖਿਆ ਹੈ, ਦੇਖੋ ਸ਼ਤਰ ਸੈਨਾ ਪਰਾ ਬਾਂਧ ਠਾਂਡੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਵੇਖੋ ਦੁਸ਼ਮਣ ਦੀ ਫੌਜ ਜਿਹੜੀ ਹੈ ਉਹ ਕਿੰਨੀ ਇਕੱਠੀ ਹੋ ਕੇ ਤੇ ਕਤਾਰ ਬੰਨ੍ਹ ਕੇ ਖਲੋਤੀ ਹੋਈ ਹੈ। ਭਾਈ ਦਇਆ ਰਾਮ ਪ੍ਰੋਹਤ ਨੇ ਵੇਖ ਕੇ ਮਹਾਰਾਜ ਨੂੰ ਦੱਸਿਆ ਹੈ, ਇਤੈ ਆਪਣੀ ਜੰਗ ਕੀ ਚੌਂਪ ਵਾਢੀ। ਤੇ ਮਹਾਰਾਜ ਇਧਰੋਂ ਵੇਖੋ ਆਪਣੇ ਸੂਰਮਿਆਂ ਦੇ ਵਿੱਚ ਵੀ ਜੰਗ ਦਾ ਬੜਾ ਉਤਸ਼ਾਹ ਵਧਿਆ ਹੋਇਆ। ਸਾਡੀ ਫੌਜ ਵੀ ਜੰਗ ਵਾਸਤੇ ਬੜੇ ਉਤਸ਼ਾਹ ਦੇ ਨਾਲ ਆ ਗਈ ਹੈ। ਪਠਾਣੀ ਚਮੂ ਧਾਮ ਜਾਨੰ ਬਹਾਨੇ। ਮਹਾਰਾਜ ਇਹ ਜਿਹੜੀ ਪਠਾਣਾਂ ਦੀ ਫੌਜ ਹੈ ਜਿਹੜੀ ਆਪਣੇ ਕੋਲ ਭਰਤੀ ਹੋਣ ਵਾਸਤੇ ਆਏ, ਇਹ ਵੀ ਘਰ ਜਾਣ ਦੇ ਬਹਾਨੇ। ਆਪਾਂ ਪਿੱਛੇ ਇਤਿਹਾਸ ਵਿੱਚ ਸਰਵਣ ਕਰਕੇ ਆਏ ਸੀ ਵੀ 500 ਪਠਾਨ ਜਿਹੜੇ ਸਨ ਭਾਈ ਬੁੱਧੂ ਸ਼ਾਹ ਪੀਰ ਨੇ ਮਹਾਰਾਜ ਦੀ ਫੌਜ ਵਿੱਚ ਭਰਤੀ ਕਰਾਏ ਸਨ। 500 ਦੇ ਵਿੱਚੋਂ 100 ਪਠਾਨ ਤੇ ਮਹਾਰਾਜ ਦੇ ਕੋਲ ਰਹਿ ਗਿਆ ਵੀ ਮਹਾਰਾਜ ਅਸੀਂ ਤੇ ਤੁਹਾਡੇ ਵਾਲੀਆਂ, ਤੁਹਾਡੇ ਨਾਲ ਮਿਲ ਕੇ ਹੀ ਦੁਸ਼ਮਣ ਨਾਲ ਲੜਾਂਗੇ। ਪਰ 400 ਪਠਾਨ ਜਿਹੜਾ ਸੀ ਉਹ ਦੁਸ਼ਮਣ ਨਾਲ ਜਾ ਕੇ ਮਿਲ ਗਿਆ ਸੀ। ਇਹ ਭਾਈ ਦਇਆ ਰਾਮ ਦੀ ਨਿਗਾਹ ਪੈ ਗਈ ਉਹਨਾਂ ਤੇ। ਕਹਿਣ ਲੱਗੇ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀ, ਉਹ ਵੇਖੋ ਸਾਹਮਣੇ ਪਠਾਨ ਖਲੋਤੇ ਨੇ। ਇਹ ਪਠਾਨ ਉਹ ਨੇ ਜਿਹੜੇ ਪਹਿਲਾਂ ਆਪਣੀ ਫੌਜ ਵਿੱਚ ਭਰਤੀ ਹੋਏ ਸਨ ਤੇ ਆਪਾਂ ਨੂੰ ਆਖਦੇ ਸਨ ਵੀ ਮਹਾਰਾਜ ਸਾਨੂੰ ਛੁੱਟੀ ਦਿਓ, ਅਸੀਂ ਘਰ ਦੇ ਵਿੱਚ ਵਿਆਹ ਵੇਖਣ ਵਾਸਤੇ ਜਾਣਾ ਹੈ। ਮਹਾਰਾਜ ਸਾਨੂੰ ਤੇ ਇਹਨਾਂ ਲੋਕਾਂ ਨੇ ਵਿਆਹ ਦਾ ਬਹਾਨਾ ਲਾਇਆ, ਪਰ ਉਹ ਵੇਖੋ ਸਾਡੇ ਦੁਸ਼ਮਣਾਂ ਦੇ ਵੱਲ ਉਹ ਲੈਣ ਦੇ ਵਿੱਚ ਖਲੋਤੇ ਹੋਏ ਇੱਕ ਕਤਾਰ ਦੇ। ਇਸ ਤਰ੍ਹਾਂ ਭਾਈ ਦਇਆ ਰਾਮ ਨੇ ਵੇਖ ਕੇ ਪ੍ਰੋਹਤ ਨੇ
ਮਹਾਰਾਜ ਜੀ ਨੂੰ ਦੱਸਿਆ ਹੈ। ਮਿਲੀਆਨ ਰਾਜਾਨ ਬੈਰੀ ਮਹਾਨ। ਇਹ ਸਾਡੇ ਨਾਲ ਬਹਾਨਾ ਲਾ ਕੇ ਤੇ ਇਹ ਸਾਡੇ ਵੈਰੀ ਨਾਲ ਆ ਕੇ ਮਿਲ ਗਏ ਨੇ। ਤਨਖਾਹਾਂ ਸਾਡੇ ਕੋਲੋਂ ਲਈਆਂ, ਧਨ ਸਾਡੇ ਕੋਲੋਂ ਲਿਆ ਹੈ, ਮਿਲੇ ਜਾ ਕੇ ਦੁਸ਼ਮਣ ਦੇ ਨਾਲ। ਇਸ ਤਰ੍ਹਾਂ ਇਹ ਮਹਾਰਾਜ ਨੂੰ ਦੱਸਦੇ ਪਏ ਹਨ। ਦਿਸ਼ਾ ਦਾਹਿਣੀ ਗੋਲ ਬਾਂਧੇ ਖਰੇ। ਮਹਾਰਾਜ ਉਹ ਦੇਖੋ ਦਾਹਣੀ ਦਿਸ਼ਾ, ਸੱਜੇ ਪਾਸੇ ਗੋਲ ਕਿਨਾਰਾ ਬਣਾ ਕੇ ਖਲੋਤੇ ਹੋਏ ਮਹਾਰਾਜ ਜੀ ਆਪਣੇ ਧਿਆਨ ਵਿੱਚ ਸਨ। ਭਾਈ ਦਇਆ ਰਾਮ ਪ੍ਰੋਹਤ ਦੀ ਨਿਗਾਹ ਪੈ ਗਏ। ਮਹਾਰਾਜ ਉਹ ਵੇਖਿਓ ਸੱਜੇ ਪਾਸੇ ਇਹ ਉਹੀ ਪਠਾਨ ਖਲੋਤੇ ਜਿਹੜੇ ਪਹਿਲਾਂ ਆਪਣੀ ਫੌਜ ਵਿੱਚ ਆ ਕੇ ਭਰਤੀ ਹੋਏ ਸੋ ਸਨ। ਲੂਣ ਹਰਾਮੀ ਕੋ ਕਾਰਜ ਕਰੇ। ਤੇ ਮਹਾਰਾਜ ਵੇਖੋ ਇਹਨਾਂ ਲੂਣ ਹਰਾਮੀਆਂ ਨੇ ਕੀ ਕੰਮ ਕੀਤਾ ਹੈ। ਨਮਕ ਖਾ ਕੇ ਗੁਰੂ ਘਰ ਦਾ ਤਨਖਾਹ ਲੈ ਕੇ ਗੁਰੂ ਪਾਤਸ਼ਾਹ ਦੇ ਵੱਲੋਂ ਭੋਜਨ ਛਕ ਕੇ ਗੁਰੂ ਕੇ ਲੰਗਰਾਂ ਦੇ ਵਿੱਚੋਂ ਵੇਖੋ ਇਹਨਾਂ ਨਮਕ ਹਰਾਮੀ ਪਠਾਨਾਂ ਨੇ ਕੀ ਕਰਮ ਕੀਤਾ ਹੈ। ਇਹ ਦੁਸ਼ਮਣ ਦੇ ਨਾਲ ਜਾ ਕੇ ਮਿਲ ਕੇ ਖਲੋਤੇ ਹੋਏ ਹਨ। ਚਾਹੇ ਆਪ ਕੇ ਸਾਥ ਮਾਂਡੇ ਲੜਾਈ। ਸਤਿਗੁਰੂ ਪਾਤਸ਼ਾਹ ਜੀਓ ਇਹ ਆਪ ਜੀਆਂ ਦੇ ਨਾਲ ਲੜਾਈ ਕਰਨੀ ਚਾਹੁੰਦੇ ਨੇ। ਵੇਖੋ ਸ਼ਸਤਰ ਸਜਾ ਕੇ ਤੁਹਾਡੇ ਸਾਹਮਣੇ ਖਲੋਤੇ ਹੋਏ ਹਨ। ਮਹਾ ਦੁਸ਼ਟ ਦੋਖੀ ਨਹੀਂ ਲਾਜ ਆਈ। ਸਤਿਗੁਰੂ ਪਾਤਸ਼ਾਹ ਇਹ ਬੜੇ ਵੱਡੇ ਦੁਸ਼ਟ ਨੇ, ਇਹਨਾਂ ਨੂੰ ਸ਼ਰਮ ਨਹੀਂ ਆਈ ਇਹ ਕਰਮ ਕਰਨ ਤੋਂ ਪਹਿਲਾਂ ਕਿ ਸਾਨੂੰ ਜਿਸ ਗੁਰੂ ਨੇ ਪਾਲਿਆ ਹੈ, ਜਿਸ ਨੇ ਮੁਸੀਬਤ ਵਿੱਚ ਸਾਨੂੰ ਤਨਖਾਹਾਂ ਦਿੱਤੀਆਂ, ਸਾਡੀ ਰੋਜੀ ਰੋਟੀ ਦਾ ਪ੍ਰਬੰਧ ਜਿਸ ਗੁਰੂ ਨੇ ਕੀਤਾ ਹੈ, ਅਸੀਂ ਉਹਦੇ ਨਾਲ ਲੜਨ ਵਾਸਤੇ ਉਹਦੇ ਸਾਹਮਣੇ ਖਲੋ ਗਏ। ਮਹਾਰਾਜ ਇਹਨਾਂ ਬਸ਼ਰਮ ਲੋਕਾਂ ਨੂੰ ਐਸਾ ਕਰਮ ਕਰਨ ਲੱਗਿਆ ਸ਼ਰਮ ਨਹੀਂ ਆਈ ਹੈ। ਸਭੋਂ ਕੇ ਪਿਸ਼ਾਰੀ ਫਤਿਹ ਸ਼ਾਹ ਠਾਂਡਾ। ਮਹਾਰਾਜ ਹੋਰ ਥੋੜਾ ਜਿਹਾ ਪਿੱਛੇ ਵੇਖੋ, ਇਹ ਭਾਈ ਦਇਆ ਰਾਮ ਪ੍ਰੋਹਤ ਵਿਖਾਉਂਦਾ ਪਿਆ ਜੰਗ ਦੇ ਮੈਦਾਨ ਵਿੱਚ ਖਲੋਤੀਆਂ ਫੌਜਾਂ। ਮਹਾਰਾਜ ਇਹ ਤੇ ਪਠਾਨ ਵੇਖੇ ਨੇ ਨਾ, ਇਹਨਾਂ ਦੇ ਪਿੱਛੇ ਥੋੜਾ ਜਿਹਾ ਹੋਰ ਵੇਖੋ। ਮਹਾਰਾਜ ਨੇ ਨਿਗਾਹ ਨਾਲ ਵੇਖਿਆ ਤੇ ਭਾਈ ਦਇਆ ਰਾਮ ਕਹਿਣ ਲੱਗੇ ਮਹਾਰਾਜ ਉਹ ਸਾਹਮਣੇ ਜਿਹੜਾ ਫਤਿਹ ਸ਼ਾਹ ਰਾਜਾ ਖਲੋਤਾ ਹੈ, ਜਿਹੜਾ ਆਪਣੇ ਵਿਰੁੱਧ ਇੰਨੀਆਂ ਵੱਡੀਆਂ ਫੌਜਾਂ ਇਕੱਠੀਆਂ ਕਰਕੇ ਲਿਆਇਆ ਹੈ। ਨਹੀਂ ਅਗਰ ਆਵਾਰਿਦ ਤਰਾਸ ਪਰ ਬਾੜਾ। ਮਹਾਰਾਜ ਫਤਿਹ ਸ਼ਾਹ ਰਾਜਾ ਫੌਜ ਭਾਵੇਂ ਕਿੰਨੀ ਵੀ ਵੱਡੀ ਲੈ ਕੇ ਆ ਗਿਆ ਹੈ, ਪਰ ਡਰ ਇੰਨਾ ਹੈ ਕਿ ਮਹਾਰਾਜ ਦੇ ਸਾਹਮਣੇ ਨਹੀਂ ਹੋਇਆ। ਉਹਨੇ ਆਪਣੇ ਸਾਹਮਣੇ ਪਠਾਨ ਖਿਲਾਰੇ ਨੇ 400 ਜਿਹੜੇ ਭੱਜ ਕੇ ਗਏ ਸਨ ਨਾ ਮਹਾਰਾਜ ਕੋਲੋਂ, ਉਹਨਾਂ ਪਠਾਨਾਂ ਨੂੰ ਅੱਗੇ ਕਰਕੇ ਤੇ ਆਪ ਪਿੱਛੇ ਖਲੋਤਾ ਹੋਇਆ। ਹਾਲੇ ਜੰਗ ਸ਼ੁਰੂ ਨਹੀਂ ਹੋਇਆ, ਪਰ ਰਾਜੇ ਦੇ ਮਨ ਵਿੱਚ ਇੰਨਾ ਭੈ ਹੈ ਕਿ ਜੇ ਮੈਂ ਮਹਾਰਾਜ ਦੀ ਨਿਗਾਹ ਪੈ ਗਿਆ ਤੇ ਮਹਾਰਾਜ ਇੱਕ ਤੀਰ ਜਿਹੜਾ ਮੈਨੂੰ ਜ਼ਰੂਰ ਬਖਸ਼ ਦੇਣਗੇ। ਸੋ ਮਹਾਰਾਜ ਨੇ ਪਿੱਛੇ ਬਚਨ ਵੀ ਕੀਤੇ ਸਨ, ਕਹਿਣ ਲੱਗੇ ਗੁਰਮੁਖੋ ਜੇ ਕਿਤੇ ਜੰਗ ਦੇ ਮੈਦਾਨ ਵਿੱਚ ਭੀਮ ਚੰਦ ਰਾਜਾ ਸਾਡੀ ਨਿਗਾਹ ਪੈ ਗਿਆ ਨਾ ਤੇ ਜੰਗ ਦੇ ਮੈਦਾਨ ਵਿੱਚੋਂ ਨਿਕਲ ਨਹੀਂ ਪਾਏਗਾ। ਐਸੇ ਬਚਨ ਮਹਾਰਾਜ ਨੇ ਉਸ ਵੇਲੇ ਆਖੇ। ਪਰ ਭੀਮ ਚੰਦ ਰਾਜਾ ਤੇ ਨਹੀਂ ਆਇਆ। ਭੀਮ ਚੰਦ ਰਾਜੇ ਦਾ ਕੁੜਮ ਜਿਹੜਾ ਫਤਿਹ ਸ਼ਾਹ ਰਾਜਾ ਉਹ ਜੰਗ ਵਿੱਚ ਆਇਆ ਜ਼ਰੂਰ ਹੈ, ਮਹਾਰਾਜ ਦੇ ਸਾਹਮਣੇ ਨਹੀਂ ਹੋਇਆ, ਪਠਾਨਾਂ ਦੇ ਪਿੱਛੇ ਖਲੋਤਾ ਹੋਇਆ। ਤੇ ਉਸ ਵੇਲੇ ਆਖਦੇ ਪਏ ਮਹਾਰਾਜ ਦੇ ਸੂਰਮੇ ਵੇਖੋ ਮਹਾਰਾਜ ਜੀ ਇੰਨਾ ਡਰ ਤੁਹਾਡਾ ਇਹਨਾਂ ਦੁਸ਼ਮਣਾਂ ਦੇ ਵਿੱਚ ਹੈ ਵੀ ਇਹ ਪਠਾਨਾਂ ਦੇ ਪਿੱਛੇ ਲੋਕੇ ਖਲੋਤੇ ਹਨ। ਹਰੀ ਚੰਦ ਰਾਜਾ ਹੰਡੂਰੀ ਸੋਜੋਦਾ। ਅਜੇ ਇੱਕ ਵੇਖਿਆ ਰਾਜਾ ਤੇ ਉਸ ਵੇਲੇ ਦੂਜਾ ਵਿਖਾਇਆ ਮਹਾਰਾਜ। ਉਹ ਦੂਸਰੇ ਪਾਸੇ ਵੇਖੋ ਹਰੀ ਚੰਦ ਨਾਮ ਦਾ ਰਾਜਾ ਜਿਹੜਾ ਹੰਡੂਰੀਆ ਹੈ, ਹੰਡੂਰਪਤੀ ਹੈ। ਹੰਡੂਰ ਇਹਦੀ ਰਿਆਸਤ ਦਾ ਨਾਮ ਹੈ। ਸੋ ਨਾਮ ਰਾਜੇ ਦਾ ਹਰੀ ਚੰਦ ਹੈ। ਮਹਾਰਾਜ ਉਹ ਵੀ ਆਪਣੀ ਫੌਜ ਲੈ ਕੇ ਖਲੋਤਾ ਹੈ। ਚਾਹੇ ਜੰਗ ਕੋ ਅਗਰ ਮੈਂ ਠਾਂਡ ਕ੍ਰੋਧਾ। ਇਹ ਮਹਾਰਾਜ ਦੇ ਨਾਲ ਜੰਗ ਕਰਨੀ ਚਾਹੁੰਦਾ ਹੈ। ਗੁਰਮੁਖੋ ਜਦੋਂ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜੇ ਸਨ ਤੇ ਉਦੋਂ ਇਹ ਹਰੀ ਚੰਦ ਰਾਜਾ ਮਹਾਰਾਜ ਦੇ ਕੋਲੋਂ ਹਾਥੀ ਮੰਗਣ ਵਾਸਤੇ ਆ ਗਿਆ ਸੀ ਵੀ ਪ੍ਰਸਾਦੀ ਹਾਥੀ ਸਾਨੂੰ ਦੇ ਦਿਓ। ਸਤਿਗੁਰਾਂ ਨੇ ਨਾ ਕਰ ਦਿੱਤੀ ਵੀ ਨਹੀਂ, ਇਹ ਸੰਗਤ ਦੀ ਇਮਾਨਤ ਨਹੀਂ ਦਿੱਤੀ ਜਾਵੇਗੀ। ਉਸ ਵੇਲੇ ਹਰੀ ਚੰਦ ਰਾਜੇ ਨੇ ਕੁਝ ਉੱਚੇ ਨੀਵੇਂ ਬਚਨ ਬੋਲ ਦਿੱਤੇ ਸਨ ਮਹਾਰਾਜ ਦੇ ਸਾਹਮਣੇ, ਕੁਝ ਧਮਕੀਆਂ ਦੇ ਦਿੱਤੀਆਂ ਤੇ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਵੀ ਇਸ ਰਾਜੇ ਦੀਆਂ ਮੁਸ਼ਕਾਂ ਬੰਨ੍ਹ ਲਵੋ, ਇਹਦੀ ਪੱਗ ਉਤਾਰ ਕੇ ਇਹਦੇ ਹੱਥ ਪੈਰ ਬੰਨੋ ਤੇ ਚੰਗੀ ਤਰ੍ਹਾਂ ਕੁੱਟ ਕੇ ਇਹਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢ ਦਿਓ। ਮਹਾਰਾਜ ਦਾ ਹੁਕਮ ਮੰਨ ਕੇ ਗੁਰੂ ਕੇ ਸਿੱਖਾਂ ਨੇ ਝਾਟੀ ਕਮਰ ਕਸੇ ਕੀਤੇ, ਇਸ ਰਾਜੇ ਦੀਆਂ ਮੁਸ਼ਕਾਂ ਬੰਨ੍ਹ ਕੇ ਨਾਲੇ ਤੇ ਇਸ ਦੀ ਥੋੜੀ ਸੇਵਾ ਕੀਤੀ ਹੈ ਡੰਡੇ ਦੇ ਨਾਲ, ਨਾਲੇ ਇਸ ਨੂੰ ਚੁੱਕ ਕੇ ਬਾਹਰ ਸੁੱਟ ਕੇ ਆਂਦਾ ਅਨੰਦਪੁਰ ਸਾਹਿਬ ਤੋਂ। ਇਹਦੇ ਮਨ ਵਿੱਚ ਬੜਾ ਗੁੱਸਾ ਹੈ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਮੇਰੇ ਮੂੰਹ ਤੇ ਚਪੇੜਾਂ ਮਰਵਾਈਆਂ ਨੇ, ਮੈਂ ਸਤਿਗੁਰਾਂ ਦੇ ਕੋਲੋਂ ਬਦਲਾ ਲੈਣਾ ਹੈ। ਇਹ ਬਦਲਾ ਲੈਣ ਵਾਸਤੇ ਇਹ ਵੀ ਆਪਣੀ ਫੌਜ ਲੈ ਕੇ ਨਾਲ ਖਲੋਤਾ ਹੈ। ਪਰ ਇਸ ਰਾਜੇ ਨੂੰ ਇਹ ਨਹੀਂ ਪਤਾ ਵੀ ਇਸ ਮੈਦਾਨ ਦੇ ਵਿੱਚ ਮੈਨੂੰ ਮੌਤ ਦੀ ਪ੍ਰਾਪਤੀ ਹੋਣੀ ਹੈ। ਪਰ ਆ ਗਿਆ ਲੜਨ ਵਾਸਤੇ ਇਹ ਹਰੀ ਚੰਦ ਰਾਜਾ, ਇਹ ਵੀ ਨਾਲ ਆ ਕੇ ਪਹੁੰਚਾ ਹੈ। ਵੱਡੀ ਬਾਣ ਵਿਦਿਆ ਜਿਸੀ ਪਾਸੇ ਆਵੇ। ਇਹਦੇ ਕੋਲ ਨਾ ਗੁਰਮੁਖੋ ਤੀਰ ਕਮਾਨ ਦੀ ਬੜੀ ਵਿਦਿਆ। ਇਹ ਮਨ ਵਿੱਚ ਮਾਣ ਬੜਾ ਕਰਦਾ ਸੀ ਵੀ ਮੈਂ ਤੀਰ ਚਲਾਵਾਂਗਾ ਤੇ ਨਿਸ਼ਾਨੇ ਤੇ ਲੱਗੇਗਾ।
ਪਰ ਮੈਨੂੰ ਕੋਈ ਤੀਰ ਮਾਰ ਕੇ ਮਾਰ ਨਹੀਂ ਸਕਦਾ। ਇਹਦਾ ਮਾਣ ਵੀ ਮਹਾਰਾਜ ਨੇ ਇਸੇ ਜੰਗ ਵਿੱਚ ਕੱਢ ਦੇਣਾ। ਤੀਰ ਇਹ ਕਈ ਚਲਾਵੇਗਾ, ਪਰ ਇਹਦੇ ਤੀਰ ਜਿਹੜੇ ਨੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇਹ ਜਦੋਂ ਤੀਰ ਚਲਾਏ ਨਾ ਤੇ ਇੱਕ ਤੀਰ ਮਹਾਰਾਜ ਦੇ ਸਰੀਰ ਨੂੰ ਖਹਿ ਕੇ ਲੰਘ ਗਿਆ। ਤੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਉਸ ਵੇਲੇ ਬਚਨ ਲਿਖਿਆ, ਫਿਰ ਸਾਡੇ ਮਨ ਵਿੱਚ ਬੜਾ ਭਾਰੀ ਰੋਸ ਪੈਦਾ, ਵੀਰ ਰਸ ਆ ਗਿਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਫਿਰ ਐਸੇ ਤੀਰ ਚਲਾਏ ਕਿ ਇਸ ਹਰੀਚੰਦ ਰਾਜੇ ਨੂੰ ਪਰੋ ਦਿੱਤਾ ਮਹਾਰਾਜ ਨੇ ਤੀਰਾਂ ਦੇ ਵਿੱਚ। ਇਹ ਅੱਗੇ ਜਾ ਕੇ ਆਪਾਂ ਜੰਗ ਦੇ ਵਿੱਚ ਇਹ ਸਾਰੇ ਬਚਨ ਸਰਵਨ ਕਰ ਲੈਣੇ। ਸੋ ਕਹਿਣ ਲੱਗੇ ਇਸ ਦੇ ਮਨ ਵਿੱਚ ਗੁਰਮੁਖੋ ਮਾਣ ਬੜਾ ਹੈ ਕਿ ਮੇਰੇ ਵਰਗੇ ਕੋਈ ਤੀਰ ਨਹੀਂ ਚਲਾ ਸਕਦਾ ਹੈ। ਲਗੈ ਅੰਗ ਜਾ ਕੇ ਤਿਸੀ ਕਾਲ ਘਾਵੇਂ। ਤੇ ਜਿਹਦੇ ਅੰਗਾਂ ਨੂੰ ਜਾ ਕੇ ਮੇਰਾ ਤੀਰ ਲੱਗ ਜਾਵੇ ਉਹ ਛੇਤੀ ਦੇ ਨਾਲ ਮੌਤ ਨੂੰ ਪ੍ਰਾਪਤ ਹੁੰਦਾ ਹੈ। ਮਹਾਸੂਰ ਹੰਕਾਰ ਧਾਰੀ ਉਦਾਰਾ। ਇਹਦੇ ਮਨ ਵਿੱਚ ਹੰਕਾਰ ਬੜਾ ਵੀ 22 ਧਾਰ ਦੇ ਪਹਾੜੀ ਰਾਜਿਆਂ ਵਿੱਚੋਂ ਮੇਰੇ ਵਰਗਾ ਤੀਰ ਕੋਈ ਨਹੀਂ ਚਲਾ ਸਕਦਾ। ਇਹ ਮਾਨ ਇਹਦੇ ਮਨ ਵਿੱਚ ਐਸਾ ਹੰਕਾਰ ਲੈ ਕੇ ਖਲੋਤਾ ਹੈ। ਲਖੈ ਓਜ ਜਾ ਕੋ ਗਿਰੰ ਦੇਸ਼ ਔਰ ਸਾਰਾ। ਗੁਰਮੁਖੋ ਇਹਦੀ ਵਿਦਿਆ ਨੂੰ ਨਾ ਸਾਰੇ ਪਹਾੜੀਏ ਰਾਜੇ ਸਲਾਮ ਕਰਦੇ, ਸਾਰੇ ਮੰਨਦੇ ਨੇ ਵੀ ਵਾਕਿਆ ਹੀ ਹਰੀਚੰਦ ਰਾਜੇ ਦਾ ਛੱਡਿਆ ਤੀਰ ਨਿਸ਼ਾਨੇ ਤੇ ਲੱਗਦਾ। ਇਹ ਸਾਰੇ ਰਾਜਿਆਂ ਵਿੱਚੋਂ ਮਾਣ ਇਸ ਗੱਲ ਦਾ ਰੱਖਦਾ ਸੀ ਵੀ ਮੇਰੇ ਨਿਸ਼ਾਨੇ ਨੂੰ ਸਾਰੇ ਹੀ ਮੰਨਦੇ ਔਰ ਇਹਦੇ ਨਿਸ਼ਾਨੇ ਨੂੰ ਸਾਰੇ ਪਹਾੜੀ ਰਾਜੇ ਮੰਨਦੇ। ਐਸਾ ਮਾਣ ਲੈ ਕੇ ਜੰਗ ਵਿੱਚ ਆਇਆ ਹੈ। ਕਈ ਵਾਰ ਰਾਜਾ ਨਸੋ ਮੇਲ ਮੇਰਾ। ਸੋ ਕਹਿਣ ਲੱਗੇ ਇਹ ਕਈ ਵਾਰ ਰਾਜਿਆਂ ਦੇ ਨਾਲ ਕਹਿੰਦਾ ਵੀ ਮੇਰਾ ਮੇਲ ਹੋਇਆ ਹੈ। ਦੱਸਦਾ ਪਿਆ ਆਪਣੇ ਨਾਲਦਿਆਂ ਨੂੰ ਵੀ ਕਈ ਰਾਜਿਆਂ ਦੇ ਨਾਲ ਮੈਂ ਲੜਿਆ ਵੀ ਹਾਂ ਜੰਗ ਦੇ ਮੈਦਾਨ ਦੇ ਵਿੱਚ, ਕਈਆਂ ਨੇ ਮੇਰੀ ਸ਼ਸਤਰ ਵਿਦਿਆ ਦੇਖੀ ਹੈ। ਸਰਾਹਿਓ ਸਵੈ ਵੀਰ ਬਾਂਕੋ ਬਡੇਰਾ। ਅਤੇ ਸਾਰਿਆਂ ਨੇ ਮੇਰੀ ਸਲੌਤ ਕੀਤੀ ਹੈ ਵੀ ਹਰੀਚੰਦ ਵਰਗਾ ਸੂਰਮਾ ਕੋਈ ਨਹੀਂ ਹੈ। ਇਹ ਆਪਣੀ ਫੌਜ ਵਿੱਚ ਆਪਣੀ ਮਹਿਮਾ ਆਪ ਹੀ ਦੱਸਦਾ ਪਿਆ। ਕਹਿਣ ਲੱਗਾ ਸੂਰਮਿਓ ਮੇਰੇ ਕੋਲ ਤੀਰ ਕਮਾਨ ਦੀ ਬੜੀ ਵੱਡੀ ਵਿਦਿਆ ਹੈ। ਮੇਰੇ ਤੀਰ ਚੱਲਦੇ ਤੇ ਨਿਸ਼ਾਨੇ ਦੇ ਜਾ ਕੇ ਲੱਗਦੇ। ਕਈ ਰਾਜਿਆਂ ਨੇ ਮੇਰੀ ਵਿਦਿਆ ਨੂੰ ਸਲਾਹਿਆ ਹੈ। ਹੁਣ ਵੇਖਿਓ ਜੰਗ ਦੇ ਮੈਦਾਨ ਵਿੱਚ ਤੀਰ ਚੱਲਣਗੇ, ਮੇਰੇ ਤੀਰਾਂ ਦੀ ਤਾਬ ਨਹੀਂ ਝੱਲੀ ਜਾਣੀ 10ਵੇਂ ਗੁਰੂ ਦੇ ਕੋਲੋਂ। ਮਹਾਰਾਜ ਨੂੰ ਭੱਜਣਾ ਪੈਣਾ ਜੰਗ ਦਾ ਮੈਦਾਨ ਛੱਡ ਕੇ। ਔਰ ਆਪਣੇ ਆਪ ਨੂੰ ਪੂਰਾ ਇਸਨੇ ਲੋਹੇ ਦੇ ਨਾਲ ਢੱਕਿਆ ਹੋਇਆ। ਦੁਸ਼ਮਣਾਂ ਨੂੰ, ਆਪਣੇ ਸਿਪਾਹੀਆਂ ਨੂੰ ਇਹ ਵੀ ਗੱਲ ਕਹਿੰਦਾ ਕਿ ਮੇਰਾ ਸਾਰਾ ਸਰੀਰ ਤੇ ਲੋਹੇ ਨਾਲ ਢੱਕਿਆ, ਮਹਾਰਾਜ ਮੇਰੇ ਤੀਰ ਮਾਰਨਗੇ ਤੇ ਕਿੱਥੇ ਮਾਰਨਗੇ। ਐਸੀਆਂ ਗੱਲਾਂ ਕਰਦਾ ਪਿਆ। ਸਤਿਗੁਰੂ ਕਿਵੇਂ ਤੀਰ ਇਹਦੇ ਆਰ ਪਾਰ ਕਰਨਗੇ, ਉਹ ਇਤਿਹਾਸ ਔਰ ਭੰਗਾਣੀ ਦਾ ਜੰਗ ਮਹਾਰਾਜ ਕਿਵੇਂ ਲੜਦੇ, ਇਹ ਸਾਰਾ ਇਤਿਹਾਸ ਆਪਾਂ ਅਗਲੇ ਦੀਵਾਨ ਵਿੱਚ ਸਰਵਨ ਕਰਾਂਗੇ। ਸਮੇਂ ਦੀ ਸਮਾਪਤੀ। ਉਪਦੇਸ਼ ਗੁਰੂ ਕਾ ਹਿਰਦੇ ਵਸ ਜਾਵੇ। ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਲੇਖਾ ਕਤਹਿ ਨ ਛੂਟੀ।